बहुत हले स्टार्ट ना करना साढ़े पैर 2 मिनट रुक जाना शुरू नहीं होना हेलो इधर पीछे तक कर थोड़ा ट्राइपॉड यार इन्हें रोल करके दौड़ जाना इतने पीछे देखी कोनी ना और पीछे कर यार आ रहा है वो यार इधर ही आ रहा है देख कैमरा यार ये देख फंसा हुआ मेरा चलो यार इतना सवेरे निकलते नहीं करो बाहर दविंदर ने कहा बच जाए जहाज बंद करा दो एक ही बंद करा दो किसी नहीं चल रहा आवाज बहुत बरोबर दो कर दो जी शुरू कर दो इंदर कर ले यार पीछे मारे फिर चक दे ऊपर मोबाइल से जूम होंदा करो जी करो भाई पहले तो सबको मैं सॉरी बन रहा ਸਾਨੂੰ ਦਾ ਪਤਾ ਨਹੀਂ ਲੱਗਿਆ ਕਦੋਂ यार हाथ नीचे रखो भाई थोड़ा ਤੇ ਅਸੀਂ ਇਹ ਅਪੋਲੋਜਾਈਜ਼ ਕਰਦੇ ਹਾਂ ਜੀ ਇਹਦੇ ਲਈ ਤੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦੇ ਹਾਂ ਬੜਾ ਸ਼ਾਰਟ ਨੋਟਿਸ ਤੇ ਤੁਸੀਂ ਸਾਰੇ ਆਏ ਇੱਥੇ ਅਸੀਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਤੇ ਅੱਜ ਦਾ ਜਿਹੜਾ ਏਜੰਡਾ ਜੀ ਸਾਡਾ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਕਿਸਾਨੀ ਅੰਦੋਲਨ ਜੋ ਚੱਲ ਰਿਹਾ ਦਿੱਲੀ ਦੇ ਵਿੱਚ ਉਹਦੀ ਚੜ੍ਹਦੀ ਕਲਾ ਤੇ ਉਹਦੀ ਕਾਮਯਾਬੀ ਦੇ ਲਈ ਅਸੀਂ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਅਰਦਾਸ ਕਰਨੀ ਹੈ ਤੇ ਬਾਕੀ ਦੇ ਸਾਰਾ ਪ੍ਰੋਗਰਾਮ ਮੇਰੇ ਨਾਲ ਗੁਲਾਮੀ ਸ਼ਖਸੀਅਤਾਂ ਬੈਠੀਆਂ ਨੇ ਕਿਸੇ ਇੰਟਰੋਡਕਸ਼ਨ ਦੀ ਦੇ ਮੁਤਾਜ ਨਹੀਂ ਹੈ ਇਹ ਸਭ ਸਾਰਾ ਪ੍ਰੋਗਰਾਮ ਦੱਸੀਏ ਚੀਮਾ बड़े सत्कारयोग छोटे वीर भैन सारी चंडीगढ़ की प्रेस प्रिंटिंग प्रेस एंड डिजिटल प्रेस सारे का मैं निघा जी हाँ कहना सब बहुत बहुत तुम साढ़े एक निके जै सदे के इतने पहुंचे हो सब का बहुत बहुत निघा वेलकम स्वागत निकी जी है जिमें इकबाल जी ने गल की है कि 13 अप्रैल जोड़ा दिन है दिहाड़ा है ये साढ़े लिए बहुत महत्ता रखता एक धार्मिक दिहाड़ा विसाखी जिहड़ी साडे फसलों के नाल भी जुड़िया हुआ त्यौहार है साडे गुरुओं के नाल भी जुड़िया हुआ सिख धर्म के नाल भी जुड़िया हुआ और उस दिन असी जो साडा अज का मेन मकसद है इत्थे इकट्ठे होने का तुहानूं बुलाउण दा मेन मकसद साडा ये है कि असी जिहड़ा इन्ने महीनों तो साडा किरती किसानां दा अंदोलन संघर्ष लड़ाई साडी चल रही है ਉਹਦੀ ਚੜ੍ਹਦੀ ਕਲਾ ਲਈ ਉਹਦੀ ਫਤਿਹ ਲਈ ਅਸੀਂ ਆਨੰਦਪੁਰ ਸਾਹਿਬ ਜਿਹੜੇ ਸਾਡੇ ਗੁਰੂਆਂ ਦੀ ਧਰਤੀ ਹੈ ਉੱਥੇ ਜਾ ਕੇ ਅਸੀਂ ਸਾਰੇ ਅਰਦਾਸ ਕਰਾਂਗੇ ਕਿ ਅਸੀਂ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਸਾਡੇ ਬਜ਼ੁਰਗ ਮਾਤਾਵਾਂ ਭੈਣਾਂ ਵੀਰ ਬੱਚੇ ਸਾਡੇ ਉੱਤੇ ਸੈਂਕੜਿਆਂ ਦੇ ਵਿੱਚ ਸ਼ਹੀਦ ਹੋਏ ਔਰ ਹੋਰ ਨੁਕਸਾਨ ਨਾ ਹੋਵੇ ਸਾਡੀ ਛੇਤੀ ਜਿਹੜੀ ਕਿਸਾਨਾਂ ਦੇ ਕਿਰਤੀਆਂ ਦੀ ਝੋਲੀ ਦੇ ਵਿੱਚ ਪਵੇ ਜਿਵੇਂ ਇੱਕ ਲਾਈਨ ਦੇ ਵਿੱਚ ਕਹਿਣਾ ਹੋਵੇ ਤਾਂ ਸਾਡੀ ਜਿਹੜੀ ਜਿੱਤ ਆ वो असी उनको जित के अपने घर को वापस आईए वो असी अरदास करने लिए 13 अप्रैल को आनंदपुर साहब की धरती इकट्ठे हो रहे हैं और असी तुहानू भी सदा दिंदे हैं तुसी भी सब पहुँचो जिथे जिथे मेरी आवाज़ ते साड़ियाँ शक्लां जा रही हैं मैं सारिਆਂ ਨੂੰ हथ जोड़ के बेनती कर रहा कि ये साडा कला कलाकारां दा कला स्पोर्ट्स वर्ग का जां कल्ले जट परिवारां दा ये संघर्ष नहीं है इस संघर्ष दे विच असी सारे ही होंदे मेरा ख्याल 1 या 2% छड्ड दईए असी उन्हां लोकां नूं छड्ड के 97-98% असी जिहड़ा वर्ग है तुसीं भी सारे ते असी भी सारे असी इहदे विच आ रहे ते मैं तुहाडे माध्यम राहीं तुहानूं कि पूरे वर्ल्ड दे विच लोकां जिन्ना भी हजूम बैठा मैं सारिਆਂ ਨੂੰ हथ जोड़ के बेनती करदा कि तुसीं हुम हुमा के
ਇਸ ਅੰਦੋਲਨ ਦੀ ਸਪੋਰਟ ਕਰੋ ਤੇ 13 ਤਰੀਕ ਨੂੰ ਉਸ ਧਰਤੀ ਤੇ ਜਿੱਥੇ ਸਾਡੇ ਗੁਰੂਆਂ ਦੀ ਸਾਡੇ ਲਈ ਸਦਾ ਸਾਨੂੰ ਜ਼ਿੰਦਾ ਰੱਖਣ ਲਈ ਉੱਥੇ ਕੁਰਬਾਨੀਆਂ ਦਿੱਤੀਆਂ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇ ਉਸ ਧਰਤੀ ਤੇ ਪਹੁੰਚੀਏ ਆਪਾਂ ਤਾਂ ਕਿ ਸਾਡੀ ਇਸ ਅੰਦੋਲਨ ਦੀ ਜਿੱਤ ਹੋਵੇ। ਤੇ ਜਿੱਥੇ ਜਿੱਥੇ ਵੀ ਤੁਸੀਂ ਭਾਵੇਂ ਪੰਚਾਇਤ ਪਿੰਡਾਂ ਦੇ ਵਿੱਚ ਬੈਠੇ ਹੋ, ਭਾਵੇਂ ਸ਼ਹਿਰਾਂ ਦੇ ਵਿੱਚ ਬੈਠੇ ਹੋ, ਭਾਵੇਂ ਦੁਨੀਆ ਭਰ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ, ਜਿਵੇਂ ਜਿਵੇਂ ਤੁਸੀਂ ਮਦਦ ਸਹਿਯੋਗ ਕਰਦੇ ਆ ਰਹੇ ਹੋ, ਇਸੇ ਤਰੀਕੇ ਨਾਲ ਹੀ ਮਦਦ ਕਰਦੇ ਰਹੋ ਤਾਂ ਕਿ ਸਾਡੇ ਹੌਸਲੇ ਬੁਲੰਦ ਹੈ ਤੁਹਾਡੇ ਸਹਿਯੋਗ ਦੇ ਨਾਲ। ਜਿੰਨਾ ਚਿਰ ਤੁਹਾਡਾ ਸਹਿਯੋਗ ਬਣਿਆ ਰਹੇਗਾ ਉਹਨਾਂ ਚਿਰ ਅਸੀਂ ਡਟੇ ਰਹਾਂਗੇ, ਔਰ ਜਿੰਨਾ ਚਿਰ ਜਿਹੜੇ ਬਿੱਲ ਆ ਇਹ ਵਾਪਸ ਨਹੀਂ ਹੁੰਦੇ ਉਹਨਾਂ ਜਿੰਨਾ ਚਿਰ ਚੱਲਦੇ ਆ ਔਰ ਉਹਨਾਂ ਚਿਰ ਡਟੇ ਰਹਾਂਗੇ। ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਿੱਕੀ ਜੀ ਸੋਨੀਆ ਜੀ ਤੁਹਾਨੂੰ ਦੱਸਣਗੇ ਸਾਡੇ ਪ੍ਰੋਗਰਾਮ ਬਾਰੇ 13 ਅਪ੍ਰੈਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ, ਤੁਸੀਂ ਸਾਰੇ ਜਣੇ ਇੱਥੇ ਆਏ ਸਾਨੂੰ ਕਵਰੇਜ ਦੇਣ ਵਾਸਤੇ, ਔਰ ਪੰਜਾਬ ਤੱਕ ਕੀ ਇੰਟਰਨੈਸ਼ਨਲੀ ਸਾਰਿਆਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਅਸੀਂ 13 ਨੂੰ ਅਨੰਦਪੁਰ ਸਾਹਿਬ ਜਾਵਾਂਗੇ। ਸਾਡੇ ਕਿਸਾਨਾਂ ਵਾਸਤੇ ਇੱਕ ਪਾਠ ਕਹਿੰਦੇ ਆ, ਦੁਆ ਮੰਗਣਾ ਕਹਿੰਦੇ ਆ, ਜੋ ਵੀ ਸਾਡੇ ਗੁਰੂ ਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਸਾਡੇ ਸਿੱਖਾਂ ਨੇ ਇੱਕ ਕਹਿੰਦੇ ਵਿਸਾਖੀ ਵਾਲੇ ਦਿਨ ਫਸਲਾਂ ਕੱਟ ਕੇ ਵਿਸਾਖੀ ਦਾ ਮੇਲਾ ਮਨਾਉਣ ਵਾਸਤੇ ਉੱਥੇ ਜਾਂਦੇ ਸੀਗੇ। ਸੋ ਜੋ ਸਾਡਾ ਤੇ ਸਿੱਖੀ ਧਰਮ ਕਹਿੰਦਾ ਹੈ, ਸੋ ਅਸੀਂ ਜੋ ਸਾਡੀ ਮਾਨਤਾ ਹੈ ਅਸੀਂ ਉਹ ਉੱਥੇ ਅਰਦਾਸ ਕਰਨ ਵਾਸਤੇ ਜਾਵਾਂਗੇ ਕਿ ਜੋ ਸਾਡਾ ਸੰਘਰਸ਼ ਇੰਨੇ ਟਾਈਮ ਦਾ ਚੱਲ ਰਿਹਾ ਹੈ ਉਹ ਕਿਸੇ ਉਸ ਦਾ ਕੁਛ ਫੈਸਲਾ ਆਵੇ ਸੈਂਟਰਲ ਗਵਰਨਮੈਂਟ ਕੋਲੋਂ, ਕਿਉਂਕਿ ਹੁਣ ਆਪਾਂ ਦੇਖ ਹੀ ਰਹੇ ਹਾਂ ਜਿਸ ਤਰੀਕੇ ਨਾਲ ਖਾਦਾਂ ਦਾ ਰੇਟ ਵੀ ਇਹਨਾਂ ਨੇ ਵਧਾ ਦਿੱਤਾ ਸਾਡੇ ਚੱਲਦੇ ਸੰਘਰਸ਼ ਦੇ ਵਿੱਚ। ਔਰ ਸਾਡੇ ਗਰਮੀਆਂ ਆ ਗਈਆਂ, ਸਰਦੀਆਂ ਤੋਂ ਸਾਡੇ ਕਈ ਜ਼ਿਆਦਾ ਸਾਡੇ ਭਰਾ ਜਿਹੜੇ ਜੇਲ੍ਹਾਂ ਦੇ ਅੰਦਰ ਵੀ ਹਜੇ ਤੱਕ ਬੰਦ ਆ, ਔਰ ਨਾਲ ਹੀ ਸਾਡੇ ਕਈ ਬਾਪੂ ਜੀ ਹੁਣੇ ਸ਼ਹੀਦ ਵੀ ਹੋ ਗਏ। ਸੋ ਸਾਨੂੰ ਸਾਰਿਆਂ ਨੂੰ ਉਹਨਾਂ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਅਨੰਦਪੁਰ ਸਾਹਿਬ ਜਾ ਕੇ ਸਾਡੇ ਗੁਰੂ ਸਾਹਿਬ ਦੇ ਅੱਗੇ ਕਿ ਇਹ ਸੰਘਰਸ਼ ਇਹ ਖਤਮ ਹੋਵੇ, ਸਾਡੇ ਕਾਲੇ ਕਾਨੂੰਨ ਰੱਦ ਹੋਣ, ਅਸੀਂ ਛੇਤੀ ਵਾਪਸ ਜਾਈਏ, ਕਿਉਂਕਿ ਹੋਰ ਕਿੰਨਾ ਕੁ ਇਮਤਿਹਾਨ ਜਿਹੜਾ ਅੱਗੇ ਔਖੀ ਘੜੀ ਸਾਡੇ ਅੱਗੇ ਪਈ ਹੈ, ਕਿਉਂਕਿ ਬਾਰਡਰਾਂ ਤੇ ਰਹਿਣਾ ਸੌਖਾ ਨਹੀਂ। ਸਰਦੀਆਂ ਦੇ ਵਿੱਚ ਵੀ ਸਾਡੇ ਕਈ ਬਜ਼ੁਰਗ ਸ਼ਹੀਦ ਹੋਏ ਨੇ, ਹੁਣ ਗਰਮੀਆਂ ਦੇ ਵਿੱਚ ਤੇ ਬਹੁਤ ਔਖਾ ਹੈ ਉੱਥੇ ਰਹਿਣਾ, ਮੱਛਰ ਵੀ ਹੈਗਾ ਆ, ਕਈ ਤਰ੍ਹਾਂ ਦੀਆਂ ਬਿਮਾਰੀਆਂ ਉੱਥੇ ਫੈਲਦੀਆਂ ਨੇ, ਇਲੈਕਟ੍ਰਿਸਿਟੀ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ। ਸੋ ਅਸੀਂ ਹੱਥ ਜੋੜ ਕੇ ਅਰਦਾਸ ਇਹੀ ਕਰਨ ਜਾਵਾਂਗੇ ਅਨੰਦਪੁਰ ਸਾਹਿਬ। ਸੋ ਸਾਰਿਆਂ ਅੱਗੇ ਬੇਨਤੀ ਇਹੀ ਹੈ ਵੀ ਵੱਧ ਤੋਂ ਵੱਧ ਸਾਡੇ ਨਾਲ ਉਸ ਦਿਨ ਅਨੰਦਪੁਰ ਸਾਹਿਬ ਤੁਸੀਂ ਚੱਲੋ, ਅਸੀਂ ਅਰਦਾਸ ਕਰੀਏ ਜਾ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਯੂਥ ਨੀ ਆਗੂ ਨੇ ਚੰਡੀਗੜ੍ਹ ਤੋਂ ਰਾਮ ਸਿੰਘ ਟਾਂਡਾ। ਸਿੱਖਾ ਭਾਈ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਫਤਿਹ। ਤੇ ਨਾਮ ਹੈ ਤੇ ਰਹੀਮ ਕ੍ਰਿਸ਼ਨ ਹੁਆ ਸਾਂਝੀ ਵਾਰਤਾ ਦਾ ਉਪਦੇਸ਼ ਜਿਹਦਾ ਖਾਲਸਾ ਸਾਜਨਾ ਦਿਵਸ ਜਿਹੜਾ ਉਹ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਸੋ 13 ਅਪ੍ਰੈਲ ਨੂੰ ਗੁਰੂ ਗੋਬਿੰਦ ਸਿੰਘ ਨੇ ਇੱਕ ਅਨੋਖੀ ਪਿਰਤ ਪਾਈ ਸੀ ਜਿਹਦੇ ਵਿੱਚ ਉਹਨਾਂ ਨੇ ਸਾਰੇ ਹੀ ਧਰਮਾਂ ਦੇ ਵੱਖੋ ਵੱਖ ਲੋਕਾਂ ਨੂੰ, ਵੱਖੋ ਵੱਖ ਕੀਤਿਆਂ ਨਾਲ ਸੰਬੰਧਿਤ ਲੋਕਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਸੀ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੀ ਲੋਕ ਪੰਜਾਬ ਦੇ ਲਈ ਦਰਦ ਰੱਖਦੇ ਨੇ, ਚਾਹੇ ਉਹ ਸਿੰਗਰ ਨੇ, ਚਾਹੇ ਕੋਈ ਪੋਲੀਟੀਕਲ ਲੋਕ ਵੀ ਨੇ ਜਿਹੜੇ ਪੰਜਾਬ ਲਈ ਦਰਦ ਰੱਖਦੇ ਨੇ, ਉਹ ਆਪਣਾ ਜੋ ਪੋਲੀਟੀਕਲ ਝੰਡਾ ਉਹਨੂੰ ਛੱਡ ਕੇ, ਪੋਲੀਟੀਕਲ ਆਪਣੀ ਅਗਵਾਈ ਨੂੰ ਛੱਡ ਕੇ ਉਹ ਲੋਕ ਜਿਹੜੇ ਕਿਸਾਨੀ ਦੀ ਲਈ ਦਰਦ ਰੱਖਦੇ ਨੇ, ਪੰਜਾਬ ਲਈ ਹੁਣ ਪੰਜਾਬ ਦੀ ਆਪਾਂ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਸਾਰੇ ਕਰਕੇ ਦੇਖਿਆ ਜਾਵੇ, ਹਰ ਕਾਸੀ ਮੋੜ ਤੇ ਦੇਖਿਆ ਜਾਵੇ ਕਿਸਾਨੀ ਅੰਦੋਲਨ ਨੂੰ ਜਿਹੜਾ ਕੱਲੇ ਪੰਜਾਬ ਨਾਲ ਜੋੜਿਆ ਜਾ ਰਿਹਾ ਸੀ ਤੇ ਪੰਜਾਬ ਨੇ ਨੋ ਡਾਊਟ ਇਹਦੀ ਅਗਵਾਈ ਵੀ ਕੀਤੀ ਹੈ। ਪਰ ਕਿਤੇ ਨਾ ਕਿਤੇ ਪੰਜਾਬ ਦੇ ਬਹੁਤ ਤਰ੍ਹਾਂ ਦੀ ਜਿਹੜੇ ਮੀਡੀਆ ਦੇ ਜ਼ਰੀਏ ਕਹਿ ਲਓ ਜਾਂ ਸਰਕਾਰ ਦੀ ਨੀਤੀਆਂ ਦੇ ਜ਼ਰੀਏ ਕਹਿ ਲਓ ਕਿ ਪੰਜਾਬ ਦੀ ਇਸ ਅਗਵਾਈ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਕੱਲੀ ਪੰਜਾਬ ਦੀ ਅਗਵਾਈ ਕਰ ਰਿਹਾ। ਹੁਣ ਸਾਰੇ ਲੋਕ ਸਾਂਝੇ ਰੂਪ ਦੇ ਵਿੱਚ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਨੇ। ਅਸੀਂ ਜਿਹੜਾ ਪ੍ਰੋਗਰਾਮ ਲਿਖਿਆ ਹੈ, ਜਿਹੜੀ ਕਨਵੈਨਸ਼ਨ ਲਿਖੀ ਹੈ, ਇਹਦੇ ਵਿੱਚ ਅਸੀਂ ਪਹਿਲਾਂ ਤਾਂ ਅਨੰਦਪੁਰ ਸਾਹਿਬ ਦਾ ਪ੍ਰੋਗਰਾਮ ਰੱਖ ਰਹੇ, ਤੋਂ ਬਾਅਦ ਵੀ ਅਸੀਂ ਅੱਗੇ ਇਸ ਪ੍ਰੋਗਰਾਮ ਨੂੰ ਕੰਟੀਨਿਊ ਰੱਖਾਂਗੇ। ਅਸੀਂ ਮਲੇਰਕੋਟਲੇ ਵੀ ਜਾਵਾਂਗੇ, ਅਸੀਂ ਦੁਰਗਿਆਣਾ ਮੰਦਿਰ ਵੀ ਜਾ ਕੇ ਆਵਾਂਗੇ, ਅਸੀਂ
ਉਹ ਰੂਪਰੇਖਾ ਜਿਹੜੀ ਹੈ, ਜਿਹੜੀ ਇਸ ਪ੍ਰੋਗਰਾਮ ਦੀ ਸਾਡੀ ਰੂਪਰੇਖਾ ਹੈ, ਇਹਦੇ 'ਚ ਅਸੀਂ ਜਿੰਨੇ ਵੀ ਕਿਸਾਨ ਹਿਤੈਸ਼ੀ ਲੋਕ ਨੇ, ਜਿਨ੍ਹਾਂ ਦੇ ਵਿੱਚ ਮੈਡਮ ਨਿਰਮਲ ਰਿਸ਼ੀ ਜੀ ਨੇ, ਰਣਜੀਤ ਬਾਵਾ, ਜੱਗੀ ਖਹਿਰਾ ਮੈਡਮ ਨੇ, ਸਾਡੇ ਨਾਲ ਸੋਨੀਆ ਮੈਮ ਜੀ ਬੈਠੇ ਨੇ, ਗੁਰਪ੍ਰੀਤ ਘੁੱਗੀ ਜੀ ਨੇ, ਅਮਰਤਮਾਨ ਭਾਈ, ਸਰਬਜੀਤ ਚੀਨਾ ਬਾਈ ਜੀ, ਮੰਗੀ ਮਹਿਲ ਜੀ, ਇਹਨਾਂ ਨੂੰ ਅਸੀਂ ਅਪੀਲ ਕੀਤੀ ਹੈ ਕਿ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਸ਼ੁਰੂ ਤੋਂ ਇਹ ਲੋਕ ਜਿਹੜੇ ਕਿਸਾਨੀ ਦੀ ਤੇ ਪੰਜਾਬ ਦੀ ਗੱਲ ਕਰਦੇ ਰਹੇ ਆ। ਹੁਣ ਤੁਸੀਂ ਇਹ ਜਾਣਦੇ ਹੋ ਕਿ ਜਦੋਂ ਤੱਕ ਇਹ ਜਿਹੜਾ ਸਿਸਟਮ ਸੀ, ਜਿਹੜੇ ਕਾਨੂੰਨ ਬਣੇ ਸੀ ਪਹਿਲਾਂ, ਇਹਨਾਂ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਏਗੀ, ਨੋ ਡਾਊਟ ਕਿ ਦੁੱਗਣੀ ਹੋਏਗੀ, ਪਰ ਇਹਨਾਂ ਕਿਸਾਨਾਂ ਦੀ ਜਿਹੜੇ ਅਡਾਨੀ ਨੇ, ਜਿਹੜੇ ਅਸਲੀ ਕਿਸਾਨ ਨੇ, ਤੇ ਉਹ ਲੋਕ ਮਜ਼ਦੂਰ ਹੋ ਜਾਣੇ, ਉਹਨਾਂ ਲੋਕਾਂ ਦੀ ਆਵਾਜ਼ ਬਣਨ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਪੰਜ ਪਿਆਰਾ ਪਾਰਕ ਦੇ ਵਿੱਚ ਜੋ ਅਨੰਦਪੁਰ ਸਾਹਿਬ ਦੇ ਸਾਹਮਣੇ, ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਜਗ੍ਹਾ ਹੈ, ਉਸ ਜਗ੍ਹਾ ਦੇ ਵਿੱਚ ਅਸੀਂ ਇਹ ਜਿਹੜਾ ਪ੍ਰੋਗਰਾਮ ਰੱਖਿਆ 11 ਵਜੇ ਦਾ ਸਮਾਂ, ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਨਵਜੋਤ ਸਿੱਧੂ ਵਰਗੇ ਜਿਹੜੇ ਇਸ ਸਮੇਂ ਪੰਜਾਬ ਦੇ ਲਈ ਲੜ ਸਕਦੇ ਆ, ਉਹ ਵੀ ਅੱਗੇ ਆਉਣ। ਉਸ ਤੋਂ ਇਲਾਵਾ ਹੋਰ ਵੀ ਲੋਕ ਜਿਹੜੇ ਪੋਲੀਟੀਕਲ ਲੋਕ ਨੇ, ਉਹਨਾਂ ਨੂੰ ਵੀ ਅਸੀਂ ਬੇਨਤੀ ਕਰੀਏ ਕਿ ਅੱਗੇ ਆ ਕੇ ਪੰਜਾਬ ਦੇ ਹੱਕਾਂ ਦੀ ਆਪਾਂ ਜੇ ਗੱਲ ਕਰਦੇ ਹਾਂ, ਕਿਉਂਕਿ ਜਿਹੜੀ ਪਾਵਰ ਹੈ ਉਹ ਪਹਿਲਾਂ ਸੈਂਟਰਲਾਈਜ਼ ਕਰ ਲਈ ਗਈ ਹੈ, ਹੁਣ ਇਹਨੂੰ ਪਰਸਨਲਾਈਜ਼ ਕਰਿਆ ਗਿਆ। ਤੁਸੀਂ ਦੇਖਿਆ ਇਹਨਾਂ ਵਿੱਚ ਗੱਲਾਂ ਹੁੰਦੀਆਂ ਨੇ ਕਿ ਮੋਦੀ ਸਰਕਾਰ, ਜਦਕਿ ਸਰਕਾਰ ਤਾਂ ਬੀਜੇਪੀ ਦੇ ਨਾਲ, ਸਰਕਾਰ ਬੀਜੇਪੀ ਦੀ ਸੀ, ਪਰ ਹੁਣ ਮੋਦੀ ਸਰਕਾਰ ਕਿਹਾ ਜਾਣ ਲੱਗਿਆ। ਗੱਲ ਕੀ ਹੈ ਕਿ ਪਹਿਲਾਂ ਇਹਨਾਂ ਨੂੰ ਪਰਸਨਲਾਈਜ਼, ਪਹਿਲਾਂ ਸੈਂਟਰਲਾਈਜ਼ ਕਰਿਆ, ਫਿਰ ਉਹ ਸਾਰੀ ਪਾਵਰ ਜਿਹੜੀ ਪਰਸਨਲਾਈਜ਼ ਹੋ ਗਈਆਂ, ਕੁਝ ਲੋਕਾਂ ਦੇ ਹੱਥ ਦੇ ਵਿੱਚ ਜਿਹੜੀ ਪਾਵਰ ਆ ਗਈ, ਤੇ ਹੁਣ ਜਿਹੜੀ ਇਕਨੋਮੀ ਹੈ ਉਹ ਵੀ ਇਸੇ ਚੀਜ਼ ਤੇ ਡਿਪੈਂਡ ਕਰਦੀ ਹੈ। ਇਕਨੋਮੀ ਜਿਹੜੀ ਆਪਣੀ ਉਹ ਵੀ ਇਹਨਾਂ ਚੀਜ਼ਾਂ ਦੇ ਉੱਪਰ ਡਿਪੈਂਡ ਕਰਦੀ ਹੈ ਕਿ ਜਦੋਂ ਘੱਟ ਲੋਕਾਂ ਦੇ ਹੱਥ ਦੇ ਵਿੱਚ ਪਾਵਰ ਹੈ, ਮੋਰ ਸਪਲਾਈ ਲੈਸ ਡਿਮਾਂਡ, ਲੈਸ ਸਪਲਾਈ ਮੋਰ ਡਿਮਾਂਡ ਦਾ ਸਿਧਾਂਤ ਉਹਨਾਂ ਨੇ ਅਪਣਾ ਕੇ ਉਹਨਾਂ ਨੇ ਫਿਰ ਤੁਹਾਡੇ ਜਿਹੜੇ ਜੇਬਾਂ ਦੇ ਡਾਕਾ ਵੱਡਾ ਮਾਰ ਦੇਣਾ। ਅਸੀਂ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਨ ਦੇ ਲਈ ਇਕੱਠਾ ਕਰਨਾ ਚਾਹੁੰਦੇ ਹਾਂ ਕਿ ਇਸ ਕਨਵੈਨਸ਼ਨ ਦੇ ਜ਼ਰੀਏ ਅਸੀਂ ਸਾਰੇ ਲੋਕਾਂ ਨੂੰ ਜਿਹੜੇ ਕਿਸਾਨੀ ਦੇ ਲਈ, ਜਿਹੜੇ ਪੰਜਾਬ ਦੇ ਲਈ ਦਰਦ ਰੱਖਦੇ ਨੇ, ਉਹਨਾਂ ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਮੰਚ ਤੇ ਇਕੱਠੇ ਹੋ ਕੇ ਆਪਾਂ ਸਾਂਝੇ ਰੂਪ ਵਿੱਚ ਪੰਜਾਬ ਨੂੰ ਆਜ਼ਾਦ ਹੋਣ ਕੇ ਅੱਗੇ ਆਈਏ। ਤੇ ਇਹ ਜਿਹੜੀ ਕਨਵੈਨਸ਼ਨ ਹੈ, ਇਹ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਸਥਾਨ ਮੈਂ ਤੁਹਾਨੂੰ ਦੱਸ ਦਿੰਦਾ ਜੀ, ਪੰਜ ਪਿਆਰਾ ਪਾਰਕ ਦੇ ਸਾਹਮਣੇ ਨੇੜੇ ਪਾਵਰ ਕਲੋਨੀ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਹ ਜਿਹੜੀ ਕਨਵੈਨਸ਼ਨ ਕਰਾਈ ਜਿਹੜੀ 11 ਵਜੇ ਸ਼ੁਰੂ ਹੋਏਗੀ ਤੇ ਸਾਰਿਆਂ ਨੂੰ ਖੁੱਲ੍ਹਾ ਸੱਦਾਊਗੀ। ਕਿਸੇ ਵੀ ਧਰਮ, ਕਿਸੇ ਵੀ ਜਾਤ ਬਰਾਦਰੀ ਨਾਲ ਸੰਬੰਧਿਤ, ਕਿਸੇ ਵੀ ਖਿੱਤੇ ਨਾਲ ਸੰਬੰਧਿਤ ਕੋਈ ਵੀ ਇੱਥੇ ਆਵੇ, ਤੇ ਜੇ ਕੋਈ ਪੋਲੀਟੀਕਲ ਬੰਦਾ ਉੱਥੇ ਆਉਂਦਾ ਹੈ ਤਾਂ ਉਹ ਆਪਣੀ ਪਾਰਟੀ ਦਾ ਨਾਮ ਨਹੀਂ ਉੱਥੇ ਲੈ ਕੇ ਕਿਸੇ ਤਰ੍ਹਾਂ ਦਾ ਵੀ ਬੋਲੇਗਾ। ਜਿਹੜਾ ਕੋਈ ਦਾਗੀ ਸ਼ਖਸੀਅਤ ਹੈ ਉਹਨੂੰ ਤੁਹਾਨੂੰ ਪਤਾ ਪਹਿਲਾਂ ਹੀ ਕਿਸਾਨੀ ਅੰਦੋਲਨ ਰੱਖਿਆ ਗਿਆ, ਤੇ ਹੁਣ ਵੀ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਤੋਂ ਦੂਰ ਰਹਿਣ, ਕਿਉਂਕਿ ਸਾਡੇ ਜਿਹੜੇ ਕਿਸਾਨ ਹਿਤੈਸ਼ੀ ਲੋਕ ਜਾਂ ਸਾਡੇ ਕਿਸਾਨੀ ਨਾਲ ਸੰਬੰਧਿਤ ਲੋਕ ਨੇ, ਉਹ ਲੋਕ ਜਿਹੜੇ ਇਹਨਾਂ ਚੀਜ਼ਾਂ ਤੋਂ ਕਿਨਾਰਾ ਕਰਨ ਲੱਗੇ, ਤੇ ਹੁਣ ਇਹਨਾਂ ਲੋਕਾਂ ਨੂੰ ਜੇ ਦਰਕਿਨਾਰ ਕੀਤਾ ਜਾਵੇ ਤਾਂ ਜ਼ਿਆਦਾ ਚੰਗਾ ਹੈ। ਤੇ ਹੁਣ ਮੈਂ ਇਹ ਵੀ ਨਾਲ ਅਪੀਲ ਕਰਾਂ ਕਿ ਅਸੀਂ ਆਪਣੇ ਆਉਣ ਵਾਲੇ ਭਵਿੱਖ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਦੇਖੀਏ ਕਿ ਕਦੇ ਤੱਕ ਅਸੀਂ ਭੀਖ ਦੇ ਰੂਪ 'ਚ ਹੀ ਮੰਗਦੇ ਰਹਾਂਗੇ ਹੱਕ। ਆਪਾਂ ਹੁਣ ਤੱਕ ਜਿਹੜੇ ਹੱਕ ਹੈ ਭੀਖ ਦੇ ਰੂਪ 'ਚ ਮੰਗੀ ਜਾਂਦੇ ਆ। ਮੈਂ ਕਹਿੰਦਾ ਮੰਗਿਆ ਤੋਂ ਹੱਕ ਨਹੀਂ ਮਿਲਦੇ, ਹੱਕ ਜਿਹੜੇ ਆ ਉਹ ਆਪਾਂ ਨੂੰ ਆਪ ਉਹ ਪਾਵਰਾਂ ਜਿਹੜੀਆਂ ਆਪਾਂ ਨੂੰ ਹੱਥਾਂ ਦੇ ਵਿੱਚ ਹੁਣ ਜਿਹੜੀਆਂ ਪੈ ਸਕਦੀਆਂ ਨੇ। ਸੋ ਮੈਂ ਹਸਨ ਮਾਨਕ ਭਾਈ ਨੂੰ ਬੇਨਤੀ ਕਰਾਂ ਕਿ ਉਹ ਵੀ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ, ਕਿ ਅਗਲੀ ਜਿਹੜੀ ਗੱਲਬਾਤ ਹੈ ਉਹ ਵੀ ਦੱਸਣ। ਮੈਂ ਤੁਹਾਨੂੰ ਦੱਸ ਦਿੱਤਾ ਕਿ 13 ਅਪ੍ਰੈਲ ਵਿਸਾਖੀ ਦੇ ਇਤਿਹਾਸਕ ਦਿਹਾੜੇ ਤੇ ਅਸੀਂ ਜਿਹੜੀ ਹੈ ਇਹ ਮਹਾਨ ਕਨਵੈਨਸ਼ਨ ਕਹਿ ਸਕਦੇ ਹੋ ਤੁਸੀਂ, ਜਿਹਦੇ ਵਿੱਚ ਅਸੀਂ ਸਾਰੇ ਲੋਕਾਂ ਨੂੰ ਸਾਂਝੇ ਕਰ ਰਹੇ ਹਾਂ। ਕੋਈ ਪੋਲੀਟੀਕਲ ਰੈਲੀ ਨਹੀਂ, ਕੋਈ ਪੋਲੀਟੀਕਲ ਇਕੱਠ ਨਹੀਂ, ਇਹ ਕੇਵਲ ਪੰਜਾਬ ਦੇ ਲਈ ਦਰਦ ਰੱਖਣ ਵਾਲੇ ਸਾਰੇ ਲੋਕਾਂ ਦਾ ਇਕੱਠ ਹੈ। ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਵੀ ਸਫਲ ਬਣਾਓ ਤੇ ਆਪਣੇ ਵਿਚਾਰ ਦਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੰਜਾਬ ਦੇ ਲਈ ਕੀ ਕਰ ਸਕਦੇ ਹਾਂ। ਸੋ ਹੁਣ ਮੈਂ ਹਸਨ ਮਾਨਕ ਬਾਈ ਨੂੰ ਬੇਨਤੀ ਕਰਾਂ, ਜੋ ਕੁਲਦੀਪ ਮਾਨਕ ਜੀ ਦੇ ਦੋਤਾ ਨੇ, ਕਿ ਉਹ ਵੀ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ। ਭਾਈ ਮਾਈਕ ਉੱਧਰ ਕਰ ਲਿਓ ਮਾੜੇ ਜਿਹੇ ਸਾਰੇ। ਇੰਨੇ ਨਹੀਂ ਹੋਣੇ ਯਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਕਰ ਲਿਓ। ਨਹੀਂ ਹੋਣੇ ਯਾਰ। ਸੋ ਕਰਕੇ ਨੇਕ ਕਮਾਈਆਂ ਜੱਗ ਤੋਂ ਲੈ ਲੈ ਸ਼ਾਬਾਸ਼, ਇਹਨਾਂ ਜਨਮ ਮੌਲ ਤੋਂ ਵਾਰ-ਵਾਰ ਨਹੀਂ ਹੋਣਾ। ਕਰਕੇ ਦੇਖ ਵਿਚਾਰਾ ਉਹਨਾਂ ਦੀ ਕੁਰਬਾਨੀ ਤੇ ਜਿਨ੍ਹਾਂ ਪੁੱਤਰ ਵਾਰ ਕੇ ਸਿੱਖਿਆ ਤੱਕ ਪਹੁੰਚਾਉਣਾ। ਸੋ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ ਨਗਰੀ ਵਸਾਈ ਹੈ ਜੀ, ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ। ਸੋ ਉਹ ਰੂਹਾਂ ਨੇ ਆਪਣਾ ਪਰਿਵਾਰ ਵਾਰ ਕੇ, ਆਪਣੀਆਂ ਜ਼ਿੰਦਗੀਆਂ ਵਾਰ ਕੇ ਆਪਾਂ ਨੂੰ ਇੱਕ ਚੰਗੇ ਰਾਹ ਪਾਇਆ। ਆਪਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਥੋੜਾ ਟਾਈਮ ਕੱਢ ਕੇ ਵੀ ਨਹੀਂ ਜੇ ਉੱਥੇ ਜਾ ਸਕਦੇ ਤਾਂ ਫਿਰ ਤਾਂ ਇੱਥੇ ਆਏ ਜਿਹੇ ਨੇ ਨਾ ਆਏ ਉਹਦਾ ਕੋਈ ਫਾਇਦਾ ਨਹੀਂ। ਸੋ ਆਪਾਂ ਉਸ ਲਹਿਰ ਦੇ ਨਾਲ ਜੁੜੇ ਹੋਏ ਹਾਂ ਜਿਹਦੇ ਵਿੱਚ ਕੋਈ ਉਮਰ ਨਹੀਂ ਹੈ,
कोई पदवी नहीं है, जिन्हें भी दिल करना चाहे कोई बुढ़ी माता हो, चाहे साड़ी कोई भैन हो, चाहे कोई सारा नौजवान वीर हो, चाहे सारे बुजुर्ग हो, उस जज्बे के उस जोश के जाते हैं। सो ये जो जोश आता है सारे बुजुर्गों को चीज़ सानू मिली है, चाहे शहीद आजम भगत सिंह जी हो, चाहे करतार सिंह सराभा हो, चाहे श्री गुरु नानक देव जी हो, जिन्होंने भी कभी भी अपने इस देश के कोई भी माड़ा कोई बंदा है, कोई माड़ा राजा है, कोई माड़ा बादशाह, कोई भी तानाशाह है, उन्हें समझाने कोई ना कोई लहर चलाई गई है, कोई ना कोई साडा बुजुर्ग कोई बड़ा मूल्य लग्या सानू समझाने के लिए। सो मैं मेरी इतनी उम्र नहीं है भी मैं किसी को सियाणप दे सकां, पर मैं जो का माहौल देख रहा मेरे दिल च हमेशा यही गल आती है भी जो प्रसाद अपने च बनया होया ये हमेशा बनया रहे, तो प्यार इसे तरह बरकरार रहे। सो और पावन पवित्र धरती पे आप वैसे भी जाने हैं अपने लिए, अपने परिवार लिए दुआवां मंगण अरदासा करने जाने हैं, तो ये जी दुनिया है जी ये मालिक ने बनाई है, ये सारे आप परिवारक मैंबर ही हैं, चाहे किसी वर्ग नाल कोई ताल्लुकात रखता, किसी धर्म नाल ताल्लुकात रखता। सो मानस की जात सब एक पहचान लो, बंदे का कोई रूप नहीं है, इको रूप ही है। जो जन्म लेंदा उदों भी वही रूप होंदा, जो दुनिया तो जाता रुखसत करता उदों भी वही रूप होंदा। सो मेरे कहने का मकसद है आप उत्थे जाइए अरदास बेनती करिए 13 तरीक को सारे ने जाना। जे किसी ने किसी का कोई दुख दराट भी है, किसी ने कोई लड़ाई झगड़ा भी है, वो भी मकाओ तुसी, एक चीज तक ना रहो भी मेरी फलाने नाल नहीं बनती, धोखे नाल नहीं बनती। सो अपने घर का मसला है, पंजाब एक अपना घर है, ये अपनी धरती मां अपना विरसा है, अपन जो फ्रीडम मिली है, जी आजादी मिली है, वो पंजाबी ने दिलाई अपन। सो अपना फर्ज बनता उत्थे जाइए। बाकी मैं गल हमेशा कहना मैं भी एक बार लंघिया बेड़ा मुड़ के हथ आंदा नहीं। सो टाइम होंदा हर चीज का वक्त होंदा। सो देखो आप उन्हों का इतिहास के हिस्ट्री के नाम आना ਜਿਹੜੇ किन्ने टाइम के उत्थे दिल्ली बैठे हैं, तो जे आप थोड़े टाइम कढ़ के 2-4 जन नाल ले जाएंगे अपने भाग के तो कोई फर्क नहीं पैंदा। कोई बंदा अपने कोई एडा माड़ा नहीं है, कोई एडा माथड़ नहीं है जो किसी को लिजा ना सके। सो जो मेरे वीर पिंडों के शहरों के बैठे हैं, मैं कहना भी एक दिन की छुट्टी है, कोई अपन फर्क नहीं पैंदा। उत्थे जाओ, किसानी आगुआं के विचार सुनो, कोई माड़ी गल नहीं है। आप किसी योगदान के अपना हिस्सा पा दिए तो कल अपने बच्चों को कहने जो हो जाओगे तुम भी हाँ असी भी इस लहर में अपना योगदान पाया से। बाकी मैं बड़ी गल्लां नहीं करता अंदर। सो मैं दोबारा फिर सारे का धन्यवाद करदा जिन्हें भी सारे पत्रकार भी पहुंचे हैं, ਜਿਹੜੇ भी चैनल पे आए, मैं सारे का हथ जोड़ के धन्यवाद करदा क्योंकि तुहाडे करके साडी आवाज़ लोगों तक पहुंचनी है। तो बाकी जे कोई ओदा की कोई गुस्ताखी हुई साडे तो किसी को भी बोलने च तो तुसीं बख्शण योग हो। तो वैसे ही ये बड़ी संगत होंदी है जी, रब का रूप होंदी है। सो वाहिगुरू जी का खालसा वाहिगुरू जी की फतेह। ਆਪਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਾਂਗੇ, ਅਰਦਾਸ ਕਰਾਂਗੇ, ਫਿਰ ਆਪਾਂ ਆਪਣੀ ਸਭਾ ਸਟਾਰਟ ਕਰਾਂਗੇ। ਹੋਰ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ, 19 ਨੂੰ ਕੁਕੜਾਂ ਵਾਲੇ ਸਟੇਡੀਅਮ ਦੇ ਲਾਗੇ ਸਾਡੀ ਇੱਕ ਕਿਸਾਨ ਮਜ਼ਦੂਰ ਨੌਜਵਾਨੀ ਏਕਤਾ ਸਭਾ ਕਰਵਾਈ ਜਾ ਰਹੀ ਹੈ, ਜਿਹਦੇ ਵਿੱਚ ਸਾਡੇ ਸਾਰੇ ਕਿਸਾਨ ਆਗੂ ਪਹੁੰਚਣਗੇ। ਰਾਜੇਵਾਲ ਸਾਹਿਬ, ਜੋਗਿੰਦਰ ਉਗਰਾਹਾਂ, ਰੁੰਦੂ ਮਾਨਸਾ ਜੀ, ਮਨਜੀਤ ਰਾਏ, ਕੁਲਵੰਤ ਸਿੰਘ, ਸਾਰੇ ਜਿੰਨੇ ਵੀ ਸਾਡੇ ਕਿਸਾਨੀ ਆਗੂ ਨੇ ਉੱਥੇ ਪਹੁੰਚਣਗੇ। ਨਾਲ ਹੀ ਸਾਡੇ ਸਿੰਗਰ ਜਿਹੜੇ ਪਹਿਲੇ ਦਿਨ ਤੋਂ ਇਸ ਕਿਸਾਨੀ ਅੰਦੋਲਨ ਦੇ ਵਿੱਚ ਜਿਨ੍ਹਾਂ ਦੀ ਸ਼ਮੂਲੀਅਤ ਰਹੀ ਹੈ, ਕਨਵਰ ਗਰੇਵਾਲ, ਹਰਸ਼ਜੀਤ ਮਾਨ, ਕਰਮ ਵੜੈਚ, ਨਾਲ ਸਿੰਘਾ ਵੀ ਉੱਥੇ ਆਊਗਾ, ਨਾਲ ਅਹਿਮ ਜਿਮੀ ਕਲੇ, ਜਿੰਨੇ ਸਾਡੇ ਭਰਾ ਸਿੰਗਰ ਨੇ ਹੈ ਨਾ ਜਿਨ੍ਹਾਂ ਕੋਲ ਟਾਈਮ ਆਉਂਦਾ ਉਹ ਜ਼ਰੂਰ ਉੱਥੇ ਪਹੁੰਚਣਗੇ। ਤੁਸੀਂ ਵੀ ਉੱਥੇ ਜ਼ਰੂਰ ਪਹੁੰਚਿਓ ਕਿਉਂਕਿ ਉਹ ਮਾਝੇ ਏਰੀਆ ਦੀ ਸਭ ਤੋਂ ਵੱਡੀ ਮਹਾ ਪੰਚਾਇਤ ਕਿਸਾਨੀ ਅਸੀਂ ਕੁਕੜਾਂ ਵਾਲੇ ਰਾਜਸਾਂਸੀ ਦੇ ਲਾਗੇ ਸਟੇਡੀਅਮ ਦੇ ਵਿੱਚ ਕਰਵਾ ਰਹੇ ਹਾਂ। ਸੋ ਇਹ ਵੀ ਨਾਲ ਮੈਂ ਕਿਹਾ ਸੱਦਾ ਦੇ ਦਿੰਦੀ ਹਾਂ, ਮੈਂ ਇੱਥੇ ਆਈ ਹਾਂ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈਕ ਉਧਰ ਕਰ ਲਿਓ ਭਾਈ, ਕਿਵੇਂ ਭਾਈ ਸਾਰੇ ਮਾਈਕ ਹੋਰ ਸਵਾਲ ਭਾਈ ਮਾਈਕ ਕਰੋ ਯਾਰ, ਜੀ ਸੈਂਟਰ ਚ ਕਰ ਲਿਓ ਯਾਰ। ਮੈਂ ਦੱਸਦਾ ਇਹਨੂੰ ਸਹਿਰ ਤੋਂ ਲੋਕਾਂ ਦਾ ਤੱਕ ਕਹਿ ਸਕਦੇ ਨਾਮ ਇੱਕ ਮਿੰਟ। ਦੂਸਰਾ ਸਵਾਲ ਇਹ ਹੈ ਕਿ ਭਾਈ ਸਾਹਿਬ ਨੇ ਸਾਨੂੰ ਮੈਂ ਦੱਸਦਾ ਰਿਸਪੈਕਟਡ ਪੱਤਰਕਾਰ ਵੀਰ ਭੈਣ ਸਾਰੇ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਪੱਤਰਕਾਰ ਵੀਰ ਨੇ ਸਵਾਲ ਪੁੱਛਿਆ ਕਿ ਇਹ ਕਿਸ ਤਰ੍ਹਾਂ ਕੌਣ ਕਰਾ ਰਿਹਾ।
ਇਹ ਜਿਹੜੀ ਕਨਵੈਨਸ਼ਨ ਹੈ ਇਹ ਸਤਿਗੁਰੂ ਕੋਟ ਆਸਰਾ ਟਰਸਟ ਅਨੰਦਪੁਰ ਸਾਹਿਬ ਵੱਲੋਂ ਪੰਜ ਪਿਆਰਾ ਪਾਠ ਦੇ ਸਾਹਮਣੇ ਬਿਲਕੁਲ ਗਰਾਊਂਡ ਹੈ, ਉੱਥੇ ਹੋ ਰਹੀ ਸਿਰਫ ਤੇ ਸਿਰਫ ਕਿਸਾਨੀ ਵਿਚਾਰਾਂ ਕੀਤੀਆਂ ਜਾਊਗੀਆਂ। ਮੈਂ ਬਤੌਰ ਚੇਅਰਮੈਨ ਸਤਿਗੁਰੂ ਕੋਟ ਆਸਰਾ ਟਰਸਟ ਤਰਲੋਚਨ ਸਿੰਘ ਚੱਠਾ ਤੁਹਾਡੇ ਜਾਂ ਮੀਡੀਆ ਦੇ ਥਰੂ ਸਾਰੇ ਪੰਜਾਬ ਨੂੰ, ਹਰਿਆਣੇ ਨੂੰ, ਨਾਰਥ ਨੂੰ, ਇੰਡੀਆ ਨੂੰ ਬੇਨਤੀ ਕਰਦਾ ਕਿ ਉੱਥੇ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਗੁਜ਼ਰੀਆਂ, ਕਿਸਾਨੀ ਬਾਰੇ ਗੱਲਾਂ ਹੋਣਗੀਆਂ, ਕਿਸਾਨੀ ਸੰਘਰਸ਼ ਦੀ ਸਫਲਤਾ ਵਾਸਤੇ ਅਰਦਾਸ ਹੋਊਗੀ। ਮੈਂ ਫਿਰ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਅਸੀਂ ਉੱਥੇ ਵੱਧ ਚੜ੍ਹ ਕੇ ਪੁੱਜੀਏ ਤੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਲਈਏ। ਇਸ ਕਿਸਾਨੀ ਅੰਦੋਲਨ ਦੀ ਸਫਲਤਾ ਵਾਸਤੇ ਅਰਦਾਸ 'ਚ ਸ਼ਾਮਲ ਹੋਈਏ। ਮੈਂ ਸਮੂਹ ਪੱਤਰਕਾਰ ਵੀਰਾਂ ਨੂੰ ਵੀ, ਭਾਵੇਂ ਉਹ ਹਾਜ਼ਰ ਹੈ ਭਾਵੇਂ ਉਹ ਗੈਰ ਹਾਜ਼ਰ ਹੈ ਜਾਂ ਦੂਰ ਨੇੜੇ ਦੇ, ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਉਹ ਵੱਧ ਤੋਂ ਵੱਧ ਉੱਥੇ ਪੁੱਜਣ। ਕੋਈ ਸਵਾਲ ਜੀ? ਭਾਜੀ ਇਹੀ ਦੱਸ ਸਕਦੇ ਆ ਜੀ, ਦੇਖੋ ਜੋ ਸਾਨੂੰ ਯੁਵਰਾਜ ਭਾਜੀ ਉਹਨਾਂ ਵੱਲੋਂ ਇਸ ਟਰਸਟ ਵੱਲੋਂ ਸਾਨੂੰ ਸੱਦਾ ਗਿਆ, ਅਸੀਂ ਇੱਥੇ ਪਹੁੰਚੇ ਹਾਂ। ਅਸੀਂ ਕਿਉਂ ਪਹੁੰਚੇ ਹਾਂ ਕਿ ਅਸੀਂ ਹਮੇਸ਼ਾ ਨਾਲ ਹਾਂ। ਮੈਂ 20 ਦਸੰਬਰ ਦਾ ਆਇਆ ਹੋਇਆ ਕੈਨੇਡਾ ਤੋਂ, ਜਦੋਂ ਕੋਈ ਮੇਰਾ ਕੋਈ ਸ਼ੋਅ ਨਹੀਂ ਸੀ, ਮੇਰਾ ਕੋਈ ਫਿਲਮ ਨਹੀਂ ਸੀ, ਮੇਰਾ ਕੋਈ ਹੋਰ ਜੇਵਾ ਨਹੀਂ ਸੀ, ਮੈਂ ਇਸੇ ਕਰਕੇ ਕਿ ਮੇਰਾ ਮਨ ਅਸੀਂ ਰੰਗਲਾ ਪੰਜਾਬ ਤੋਂ ਲੈ ਕੇ ਅਸੀਂ ਪੰਜਾਬ ਦੇ ਹਿੱਤਾਂ ਦੇ ਗਾਣੇ ਗਾਏ ਆ, ਲੋਕਾਂ ਦੇ ਹਿੱਤਾਂ ਦੇ ਗਾਣੇ ਗਾਏ ਆ। ਔਰ ਅਸੀਂ ਇਹ ਜਿਹੜੇ ਕਿਸਾਨੀ ਪਰਿਵਾਰ ਨੇ, ਕਿਰਤੀ ਪਰਿਵਾਰ ਨੇ, ਸਾਨੂੰ ਕਿਸੇ ਰਜਵਾੜੇ ਨੇ ਅੱਜ ਤੱਕ ਸੱਦਿਆ ਨਹੀਂ ਆਪਣੇ ਸ਼ੋਅ ਦੇ ਉੱਤੇ। ਅਸੀਂ ਜਿੰਨਾ ਪੈਸਾ ਕਮਾਇਆ, ਜਿੰਨਾ ਆਪਣਾ ਘਰ ਚਲਾਇਆ, ਜੋ ਕੁਝ ਬਣਾਇਆ, ਸਾਡੀਆਂ ਗੱਡੀਆਂ, ਮਕਾਨ ਬਣੇ ਨੇ, ਬੱਚੇ ਅਸੀਂ ਆਪਣੇ ਪਾਲੇ ਤੇ ਪਾਲ ਰਹੇ ਹਾਂ, ਸਾਨੂੰ ਕਿਸਾਨੀ ਪਰਿਵਾਰਾਂ ਨੇ ਇਹ ਸ਼ੋਅ ਦਿੱਤੇ। ਅਸੀਂ ਇੱਥੋਂ ਸਾਰਾ ਪੈਸਾ ਕਮਾਇਆ। ਜੇ ਮੈਂ ਆਪਣੀ ਗੱਲ ਕਰਾਂ ਜੀ, ਮੈਂ ਬਚਪਨ ਤੋਂ ਲੈ ਕੇ ਆਪਣੇ ਬਾਪੂ ਦੇ ਨਾਲ ਮੈਂ ਕਿਸਾਨੀ ਕੀਤੀ ਹੈ। ਕੋਲੇ ਟਾਈਮ ਮੈਂ ਡਬਲ MA ਕਰਦੇ ਹੋਏ ਨੇ ਕਿਸਾਨੀ ਕੀਤੀ ਹੈ। 99 ਦੇ ਵਿੱਚ ਮੈਂ ਕੈਨੇਡਾ ਗਿਆ, ਮੈਂ ਜਾ ਕੇ 8 ਸਾਲ ਮਜ਼ਦੂਰੀ ਕੀਤੀ ਆ। ਮੈਂ ਤੁਸੀਂ ਠੀਕ ਨਹੀਂ ਕਰੋਗੇ, ਮੈਂ 20 ਘੰਟੇ ਲਗਾਤਾਰ 8 ਸਾਲ ਕੰਮ ਕੀਤਾ, ਲੇਬਰ ਜੋ ਕੰਮ ਮਿਲਿਆ ਮੈਂ ਰਾਤ ਦਿਨ ਕੀਤਾ। ਤਾਂ ਕਰਕੇ ਮੈਂ ਕਿਸਾਨ ਦਾ ਪੁੱਤ ਹਾਂ, ਮੈਂ ਕਿਸਾਨੀ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਮੈਂ ਮਜ਼ਦੂਰੀ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਤੇ ਮੈਂ ਸਟਾਰਡਮ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਔਰ ਮੈਂ ਪੈਸੇ ਦੀ ਕਦਰ ਨੂੰ ਵੀ ਚੰਗੀ ਤਰ੍ਹਾਂ ਜਾਣਦਾ। ਮੈਂ ਹਮੇਸ਼ਾ ਨਾਲ ਹਾਂ। ਔਰ ਮੈਂ ਨਿੱਕੀ ਜਿਹੀ ਗੱਲ ਤੁਹਾਡੇ ਮਾਧਿਅਮ ਰਾਹੀਂ ਜ਼ਰੂਰ ਕਹੂੰਗਾ ਕਿ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਭਾਵੇਂ ਅਨੰਦਪੁਰ ਸਾਹਿਬ ਦੀ ਕਨਵੈਨਸ਼ਨ ਕਹਿ ਲਓ, ਭਾਵੇਂ ਰੈਲੀ ਕਹਿ ਲਓ, ਇਹ ਇੱਕ ਸਾਡੇ ਲਈ ਦਿਹਾੜਾ ਹੈ ਕਿ ਵਿਸਾਖੀ ਦਾ ਦਿਹਾੜਾ ਸਾਡੇ ਲਈ ਬਹੁਤ ਮਹੱਤਤਾ ਰੱਖਦਾ। ਅਸੀਂ ਉਸ ਦਿਨ ਉੱਥੇ ਜਾ ਕੇ ਮੱਥਾ ਟੇਕਣਾ, ਮੱਥਾ ਟੇਕ ਕੇ ਅਸੀਂ ਆਪਣੀ ਆਪਣੀ ਗੱਲ ਰੱਖਣੀ ਆ। ਗੱਲ ਕੀ ਰੱਖਣੀ ਆ? ਗੱਲ ਸਾਡਾ ਜਿਹੜਾ ਮੋਟੋ ਆ, ਸਾਡਾ ਮੰਤਵ ਹੈ, ਸਾਡਾ ਮੁੱਦਾ ਹੈ, ਮਕਸਦ ਹੈ, ਉਹ ਇਹੀ ਹੈ ਕਿ ਅਸੀਂ ਇਸ ਸੰਘਰਸ਼ ਨੂੰ ਜਿੱਤਣਾ। ਔਰ ਮੈਂ ਤੁਹਾਡੇ ਕੋਈ ਵੀ ਹੈ, ਜਿਵੇਂ ਸੋਨੀਆ ਨੇ ਗੱਲ ਕੀਤੀ ਹੈ, ਟੁਕੜਾ ਵਾਲਾ ਪਿੰਡ ਦੇ ਵਿੱਚ ਭਗਤ ਸਿੰਘ ਦੀ ਤੇ ਪਿੰਡ ਦੇ ਵਿੱਚ ਵੀ ਬਹੁਤ ਸਾਰੀ ਵੱਡੀ ਰੈਲੀ ਹੋਈ, ਬਹੁਤ ਸਾਰੀਆਂ ਹੋਰ ਪੰਚਾਇਤ ਸਭਾ ਹੋ ਰਹੀਆਂ ਨੇ, ਉੱਥੇ ਸਾਡੇ ਬਜ਼ੁਰਗ ਸ਼ਹੀਦੀਆਂ ਦਿੱਤੇ ਨੇ, ਸਾਡੀਆਂ ਮਾਤਾਵਾਂ ਭੈਣਾਂ ਨਾਲ ਗੱਲ ਕਰ ਚੁੱਕਾ। ਇਹ ਸਾਡਾ ਮਕਸਦ ਕੀ ਹੈ ਕਿ ਅਸੀਂ ਇਸ ਸੰਘਰਸ਼ ਨੂੰ ਜਿੱਤਣਾ, ਜਿੱਤੇ ਬਿਨਾਂ ਅਸੀਂ ਵਾਪਸ ਨਹੀਂ ਆਉਣਾ। ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਨਿੱਕੀ ਜਿਹੀ ਗੱਲ ਹੋਰ ਸਾਂਝੀ ਕਰਨਾ ਚਾਹੁੰਦਾ। ਇਹ ਗਵਰਨਮੈਂਟ ਜਿਹੜੀ ਹੈ, ਗਵਰਨਮੈਂਟ ਹੈ, ਇਹ ਭੁਲੇਖਾ ਕੱਢਦੇ ਵੀ ਕਰੋਨਾ ਦਾ ਬਹਾਨਾ ਲੱਗ ਜੂ, ਕੱਲ੍ਹ ਨੂੰ ਇਹ ਹੋ ਜੂ, ਲੋਕੀ ਥੱਕ ਜਾਣਗੇ, ਅੱਕ ਜਾਣਗੇ, ਟੁੱਟ ਜਾਣਗੇ। ਇਹ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਪ੍ਰਦੇਸ਼ਾਂ ਦੇ ਵਿੱਚ ਪੰਜਾਬੀ ਬੈਠੇ ਆ, ਪੰਜਾਬ ਦੇ ਉੱਪਰ ਵੀ ਬਹੁਤ ਵੱਡੀ ਮਿਹਰ ਆ, ਨੋ ਡਾਊਟ, ਪਰ ਜਿਹੜੇ ਪੰਜਾਬ ਤੋਂ ਬਾਹਰ ਪ੍ਰਦੇਸ਼ਾਂ ਦੇ ਵਿੱਚ ਪੰਜਾਬੀ ਬੈਠੇ ਦੋਸਤੋ, ਜੇ ਉਹ ਆਪਣੇ ਆਪਣੇ ਪਿੰਡ ਦਾ ਨਾ 5-5 ਕਰੋੜ, 4-4 ਕਰੋੜ, 3-2 ਕਰੋੜ ਲਾ ਕੇ ਆਪਣੇ ਪਿੰਡਾਂ ਦੀਆਂ ਸੜਕਾਂ, ਗਲੀਆਂ ਤੇ ਸੀਵਰੇਜ ਲਾਈਟਾਂ ਦਾ ਕੰਮ ਕਰਵਾ ਸਕਦੇ ਆ, ਉਹ ਇਸ ਸੰਘਰਸ਼ ਨੂੰ ਕਦੀ ਵੀ ਕਮਜ਼ੋਰ ਨਹੀਂ ਪੈਣ ਦੇਣਗੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ। ਆ ਕਰੋਨਾ ਦੇ ਨਾਲ ਥੋੜੀ ਪ੍ਰੋਬਲਮ ਹੈ, ਜੇ ਕਿਤੇ ਕਲੀਅਰ ਹੋਵੇ ਤਾਂ ਮੇਰਾ ਖਿਆਲ ਜਿੱਦਾਂ ਇੱਥੇ ਬੱਸਾਂ ਲਾਉਣ ਨੂੰ ਜਗ੍ਹਾ ਨਹੀਂ ਮਿਲਣੀ ਨਾ, ਇਹ ਜਹਾਜ਼ ਤੁਹਾਨੂੰ ਭਰੇ ਲੱਭਣੇ ਇਹਨਾਂ ਦੇ ਵੀਰਾਂ ਦੇ ਨਾਲ। ਬਹੁਤ ਵੱਡੀ ਸਪੋਰਟ ਹੈ ਕਿ ਚਾਹੇ ਸਾਲਾਂ ਚੱਲੇ, ਚਾਹੇ ਦਹਾਕੇ ਚੱਲੇ, ਜਿੰਨਾ ਚਿਰ ਮਰਜ਼ੀ ਚੱਲੇ, ਇਹ ਸਾਡੇ NRI ਵੀਰ ਵੀ ਜਿਉਂਦੇ ਰਹਿਣ ਤੇ ਪੰਜਾਬੀ ਵੀਰ ਵੀ ਜਿਉਂਦੇ ਰਹਿਣ। ਮੈਂ ਗੱਲ ਇਹੀ ਕਰਨੀ ਚਾਹੁੰਦਾ ਕਿ ਪਿੱਛੇ ਨਹੀਂ ਮੁੜਨ ਵਾਲਾ ਇਹ ਸੰਘਰਸ਼, ਨਾ ਇਹ ਢਿੱਲਾ ਪੈਣ ਵਾਲਾ। ਇਹ ਗੌਰਮੈਂਟ ਚਾਹੇ ਅੱਜ ਮੰਨ ਜਾਏ ਕਿ ਜਿਹੜੇ 3 ਬਿੱਲ ਨੇ, 3 ਕਾਲੇ ਕਾਨੂੰਨ ਅਸੀਂ ਕਹਿੰਦੇ ਉਹਨਾਂ ਨੂੰ ਵਾਪਸ ਲੈਣਾ, ਅੱਜ ਲੈ ਲੈ, ਚਾਹੇ ਕੱਲ੍ਹ ਲੈ ਲੈ, ਚਾਹੇ ਪਰਸੋਂ ਲੈ, ਇਹ ਪਿੱਛੇ ਨਹੀਂ ਹਟਣ ਵਾਲੀ ਜਿਹੜੀ ਪੰਜਾਬੀ ਕੌਮ ਕਹਿ ਲਓ,
ਸਾਡੇ ਨਾਲ ਹਰਿਆਣਵੀ ਨੇ, यूपी वाले ने, केरला वाले ने, तमिलनाडु वाले ने, महाराष्ट्र वाले, जिन्ना हिंदुस्तान का कला हिंदुस्तान का नहीं, तुसी पूरे वर्ल्ड के किसानों के विच गल करके देखो, पूरे वर्ल्ड का किसान, पूरे वर्ल्ड का मीडिया जिहड़ा आ वो साडे इस अंदोलन के नाल खड़ा कि असीं पूरे कॉन्फिडेंट हाँ कि साडा जिहड़ा ये मकसद है। जी मैं तुहाडा नाम नहीं जानता, तुहाडा मैं जवाब देना चाहुंदा कि साडा जिहड़ा आनंदपुर साहब दा भी मकसद यही है, मकसद यही है सिर्फ कि असीं लोकां नूं इकट्ठे करिए, जागरूक करिए, अपने नाल जोड़िए। तो मैं एक बार फिर हाथ जोड़ के बेनती करता सारिਆਂ ਨੂੰ कि ये साडा कलिया जट कौम का संघर्ष नहींगा। गल चुभदी है थोड़ी, मैं जलंधर रहना जी, बरियाम नगर साडा घर है, मेरी आदत है, तुहाडी भी होएगी कि इधरों उधरों मैं थोड़ा जिहा सर्च करता रहना, तो मैनूं थोड़ा जिहा इस चीज़ का गिला जरूर है कि शहरों के विच जिहड़ा शहरों का तबका आ, मैं सारिਆਂ ਨੂੰ ब्लेम नहीं करता, ਉਹਦੇ ਵਿੱਚ मैक्सीमम लोग ਜਿਹੜੇ ਆ ਉਹ ਨਾਲ ਉੱਠ ਕੇ ਨਹੀਂ ਤੁਰੇ। ਕਿ ਤੁਸੀਂ ਵਿਚਰਦੇ ਹੋ ਰੋਜ਼ ਇੱਧਰ ਉੱਧਰ ਜ਼ਿਆਦਾ, ਤੁਸੀਂ ਸਾਡੀਆਂ ਗੱਲਾਂ ਵੀ ਸੁਣਦੇ ਹੋ ਔਰ ਇਹਨੂੰ ਤੁਸੀਂ ਪ੍ਰਮੋਟ ਵੀ ਕਰਦੇ ਹੋ, ਮੈਂ ਕਹਿ ਸਕਦਾ ਦੁਨੀਆ ਤੱਕ ਫੈਲਾਉਂਦੇ ਹੋ ਸਾਡੀ ਲੜਾਈ ਨੂੰ, ਸਾਡੀ ਗੱਲ ਨੂੰ, ਪਰ ਤੁਹਾਨੂੰ ਲੋਕ ਜ਼ਿਆਦਾ ਮਿਲਦੇ ਹੋਣਗੇ। ਇਹ ਸ਼ਹਿਰੀ ਤਬਕੇ ਨੂੰ ਪਤਾ ਨਹੀਂ ਤੇ ਗੱਲ ਸਮਝ ਨਹੀਂ ਪੈ ਰਹੀ, ਪਤਾ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਲੜਾਈ ਜਿਹੜੀ ਹੈ ਕਿਹਨਾਂ ਦੀ, ਇਹ ਹਜੂਮ ਦੀ ਲੜਾਈ ਹੈ, ਇਕੱਲੇ ਜੱਟ ਤੇ ਇਕੱਲੇ ਜ਼ਿਮੀਂਦਾਰ ਦੀ ਲੜਾਈ ਨਹੀਂ। ਮੈਂ ਪਹਿਲਾਂ ਵੀ ਗੱਲ ਕਰ ਚੁੱਕਾ, ਸਾਨੂੰ ਸਾਰਿਆਂ ਨੂੰ ਉੱਠ ਕੇ ਨਾਲ ਤੁਰਨਾ, ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਦੀ ਸਾਨੂੰ ਲੋੜ ਹੈ। ਬੇਸਗਾਰ ਜਿੱਤਿਆ ਜਾਣਾ, ਪਰ ਇਹ ਪੱਥਰ ਤੇ ਲੀਕ ਹੈ ਕਿ ਇਹ ਜਿਹੜੇ ਲੋਕ ਉੱਠ ਕੇ ਖੜੇ ਹੋ ਗਏ ਨਾ ਅੱਜ ਤੇ ਨਾ ਕੱਲ੍ਹ ਨਾ ਪਰਸੋਂ, ਇਹ ਪਿੱਛੇ ਹਟਣ ਵਾਲੇ ਨਹੀਂ ਹੈ। ਇਹ ਗੌਰਮੈਂਟ ਨੂੰ ਚਾਹੇ ਅੱਜ ਸਮਝ ਪੈ ਜਾਵੇ ਤੇ ਚਾਹੇ ਕੱਲ੍ਹ ਨੂੰ ਪੈ ਜਾਵੇ, ਚਾਹੇ ਕੱਲ੍ਹ ਤੋਂ ਬਾਅਦ ਪਰਸੋਂ ਚਾਹੋ ਪੈ ਜਾਵੇ। ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਕੋਈ ਹੋਰ ਸਵਾਲ ਤੁਹਾਡਾ ਹੋਵੇ? ਇੱਕ ਨਾ ਤੁਸੀਂ ਕੁਐਸਚਨ ਪੁੱਟ ਕੀਤਾ ਸਰਦਾਰ ਨਵਜੋਤ ਸਿੰਘ ਸਿੱਧੂ ਹੋਰਾਂ ਬਾਰੇ, ਦੇਖੋ ਉਹਦਾ ਜਵਾਬ ਇਹ ਹੈ ਜੀ, ਜਿਹੜਾ ਵੀ ਕੋਈ ਕਿਸਾਨੀ ਦਾ ਦਰਦ ਰੱਖਦਾ, ਪੰਜਾਬ ਦਾ ਦਰਦ ਰੱਖਦਾ, ਕਿਸਾਨਾਂ ਨਾਲ ਖੜਦਾ, ਉਹ ਕੋਈ ਵੀ ਪਾਰਟੀ ਦਾ ਹੋਵੇ, ਅਸੀਂ ਉਹਦਾ ਸਿਰ ਮੱਥੇ ਸਵਾਗਤ ਕਰਾਂਗੇ। ਸਤਿਗੁਰੂ ਓਟ ਆਸਰਾ ਟਰਸਟ ਵੱਲੋਂ ਉਹਨੂੰ ਜੀ ਆਇਆਂ ਕਿਹਾ ਜਾਊਗਾ ਔਰ ਉਹਨੂੰ ਪੂਰਾ ਸਤਿਕਾਰ ਦਿੱਤਾ ਜਾਊਗਾ, ਜਿਹੜਾ ਵੀ ਅੱਜ ਕਿਸਾਨਾਂ ਨਾਲ ਔਰ ਪੰਜਾਬ ਔਰ ਪੰਜਾਬੀਅਤ ਨਾਲ ਪਿਆਰ ਕਰਦਾ। ਥੈਂਕ ਯੂ। मेरी एक रिक्वेस्ट आ साडे ऑनरेबल साडे कैप्टन साहब तो, मैं पिछे देख उन्होंने स्टेटमेंट पढ़ी कि उन्होंने कहा कि पोलीटिकल रैली नहीं होण दित्तियां जाणगियां। ਅਸੀਂ रिक्वेस्ट करते हैं कि पोलीटिकल रैलीज होणियां भी नहीं चाहिए, तो ਅਸੀਂ ਪਿੰਡਾਂ ਦੇ ਵਿੱਚ ਵੀ ਜਾ ਕੇ ਇਹੀ अपील की है कि संयुक्त किसान मोर्चे ਵੱਲੋਂ ਜਦੋਂ तक साडे ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀ ਪੋਲੀਟੀਕਲ ਰੈਲੀ ਦੇ ਵਿੱਚ ਕਿਸੇ ਨੂੰ ਨਹੀਂ ਜਾਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਕਿਸਾਨੀ ਝੰਡੇ ਦੇ ਥੱਲੇ ਆ ਕੇ ਬਹਿਣਾ ਚਾਹੀਦਾ ਆ ਔਰ ਸਾਡੇ ਪੋਲੀਟੀਕਲ ਲੀਡਰਸ ਨੂੰ ਵੀ ਇਸ ਟਾਈਮ ਦੇ ਉੱਤੇ ਪੋਲੀਟੀਕਲ ਰੈਲੀਜ਼ ਨਹੀਂ ਕਰਨੀਆਂ ਚਾਹੀਦੀਆਂ, ਬਜਾਏ ਕਿ ਕਿਸਾਨੀ ਝੰਡੇ ਥੱਲੇ ਆ ਕੇ ਬਹਿਣ, ਸਾਡਾ ਸਮਰਥਨ ਕਰਨ ਤਾਂ ਕਿ ਸੈਂਟਰਲ ਗਵਰਨਮੈਂਟ ਦੇ ਉੱਤੇ ਦਬਦਬਾ ਬਣੇ। ਨਾਲੇ ਮੈਂ ਕੈਪਟਨ ਸਰ ਦੇ ਅੱਗੇ ਇਹ ਅਪੀਲ ਕਰਨਾ ਚਾਹੁੰਦੀ ਹਾਂ ਕਿ ਜੇ ਕਰੋਨਾ ਦਾ ਇੰਨਾ ਹੀ ਡਰ ਹੈ, ਜੇ ਕਰੋਨਾ ਇੰਨੀ ਖਤਰਨਾਕ ਬਿਮਾਰੀ ਹੈ, ਤੇ ਉਹਨਾਂ ਨੂੰ ਪਲੀਜ਼ ਰਿਕੁਐਸਟ ਕਰਨੀ ਚਾਹੀਦੀ ਹੈ ਮੋਦੀ ਗਵਰਨਮੈਂਟ ਦੇ ਅੱਗੇ ਕਿ ਸਾਡੇ ਕਿਸਾਨ ਵਿਚਾਰੇ ਬਾਰਡਰਾਂ ਦੇ ਉੱਤੇ ਬੈਠੇ ਮੋਰਚਾ ਲਾ ਕੇ, ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਹੈਗੀ, ਨਾ ਹੀ ਉੱਥੇ ਕੋਈ ਹਿਊਮਨ ਰਾਈਟਸ ਵਾਲੇ ਬੈਠੇ ਨੇ, ਇੰਨਾ ਉਹਨਾਂ ਨੂੰ ਤੰਗ ਕੀਤਾ ਗਿਆ ਹੈ। ਪਿੱਛੇ ਬਿਜਲੀ ਕੱਟ ਦਿੱਤੀ ਗਈ ਸੀ ਕਿ ਪਾਣੀ ਨਹੀਂ ਆਉਣ ਦਿੱਤਾ ਗਿਆ, ਹੁਣ ਵੀ ਇੰਨੀ ਗਰਮੀ ਦੇ ਵਿੱਚ ਮੱਛਰ ਲੜਾ ਰਹੇ ਨੇ, ਕਈ ਤਰ੍ਹਾਂ ਦੀਆਂ ਬਿਮਾਰੀਆਂ ਉੱਥੇ ਫੈਲ ਸਕਦੀਆਂ ਨੇ। ਕਰੋਨਾ ਦੇ ਬੜੀ ਦੂਰ ਦੀ ਗੱਲ ਹੈ, ਜੇ ਕਰੋਨਾ ਇੰਨਾ ਹੀ ਹੈਗਾ ਤੇ ਸਭ ਤੋਂ ਪਹਿਲਾਂ ਇਹ ਬਿੱਲ ਰੱਦ ਕਰ ਦੇਣ ਤੇ ਸਾਨੂੰ ਘਰਾਂ ਨੂੰ ਵਾਪਸ ਭੇਜ ਦੇਣ। ਸਾਨੂੰ ਕੋਈ ਸ਼ੌਂਕ ਨਹੀਂ ਹੈ ਉੱਥੇ ਅਸੀਂ ਸੜਕਾਂ ਦੇ ਉੱਤੇ ਬਈਏ ਜਾਂ ਸਾਡੇ ਬਜ਼ੁਰਗ ਉੱਥੇ ਮੱਛਰ ਲੜਾਉਣ। ਸੋ ਹੱਥ ਜੋੜ ਕੇ ਬੇਨਤੀ ਅਪੀਲ ਕੀਤੀ ਜਾਂਦੀ ਹੈ ਸਾਡੇ ਸੀਐਮ ਸਾਹਿਬ ਨੂੰ ਕਿ ਉਹ ਮੋਦੀ ਗਵਰਨਮੈਂਟ ਨੂੰ ਕਹਿਣ ਕਿ ਜੇ ਕਰੋਨਾ ਇੰਨੀ ਖਤਰਨਾਕ ਬਿਮਾਰੀ ਹੈ, ਸਭ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਬਾਰੇ ਸੋਚਿਆ ਜਾਵੇ ਜਿਹੜੇ ਉੱਥੇ ਦਿੱਲੀ ਬਾਰਡਰ ਦੇ ਉੱਤੇ ਬੈਠੇ ਆ ਮੋਰਚਾ ਲਾ ਕੇ, ਸਾਡੇ ਬਿੱਲ ਰੱਦ ਕੀਤੇ ਜਾਣ। ਧੰਨਵਾਦ। ਭਾਈ ਦਾ ਸਵਾਲ ਸੀ ਕਿ ਤੁਸੀਂ ਨਵਜੋਤ ਸਿੱਧੂ ਦਾ ਨਾਮ ਲਿਆ। ਮੈਂ ਕਹਿੰਦਾ ਮੇਰਾ ਆਪਣਾ ਪਰਸਨਲ ਵਿਊ ਹੈ, ਕਿਸੇ ਇਹ ਨਾ ਸੋਚ ਲਿਓ ਵੀ ਕਿਸੇ ਨੇ ਕਹਿ ਕੇ ਜਾਂ ਕਹਿੰਦਾ, ਮੇਰਾ ਪਰਸਨਲ ਵਿਊ ਹੈ ਵੀ ਜਿਹੜੇ ਲੋਕ ਪੰਜਾਬ ਦੀ ਦਰਦ ਰੱਖਦੇ, ਜਿਹੜੇ ਪੰਜਾਬ ਲਈ ਕੁਝ ਕਰਦੇ ਨੇ, ਲੋਕ ਚਾਹਦੇ ਹੋ ਜਿਹਨਾਂ ਨੂੰ ਅੱਗੇ ਆਉਣ, ਉਹ ਕੋਈ ਵੀ ਹੋ ਸਕਦਾ ਹੈ, ਚਾਹੇ ਕਿਸੇ ਪਾਰਟੀ ਨਾਲ ਵੀ ਸੰਬੰਧਿਤ ਹੋਵੇ, ਪਰ ਜੇ ਕੋਈ ਪੰਜਾਬ ਦੇ ਲਈ ਦਰਦ ਰੱਖਦਾ ਜੇ ਵੀ ਅੱਗੇ ਆ ਕੇ ਗੱਲ ਕਰ ਸਕਦਾ, ਕਿਉਂਕਿ ਆਪਣੇ ਤਾਂ ਸੰਵਿਧਾਨ ਦੇ ਆਪਾਂ ਕਹਿ ਸਕਦੇ ਸੰਵਿਧਾਨ ਬੇਸਡ 3 ਅੱਖਰਾਂ ਦੇ ਉੱਪਰ ਕਹਿ ਸਕਦੇ ਆਪਾਂ ਕਿ ਫੋਰ ਦਾ ਪੀਪਲ, ਤੇ ਇਹ ਜਿਹੜਾ ਲੋਕਤੰਤਰ ਲੋਕਾਂ ਦਾ, ਲੋਕਾਂ ਦੁਆਰਾ ਤੇ ਲੋਕਾਂ ਲਈ ਸ਼ਾਸਨ ਹੈ, ਤੇ ਜਿਹੜਾ ਅੰਦੋਲਨ ਹੈ ਵੀ ਹੁਣ ਲੋਕ ਅੰਦੋਲਨ ਬਣ ਚੁੱਕਿਆ, ਕਿਸੇ ਆਗੂ ਦਾ ਅੰਦੋਲਨ ਨਹੀਂ ਰਿਹਾ। ਆਗੂ ਜੇ ਕੋਈ ਗਲਤ ਫੈਸਲਾ ਕਰਦਾ ਤੇ ਲੋਕ ਉਹਨੂੰ ਨਕਾਰ ਦਿੰਦੇ, ਉਸ ਤੋਂ ਬਾਅਦ ਫਿਰ ਉਹਨਾਂ ਦਾ ਫੈਸਲਾ ਬਦਲਿਆ ਵੀ ਜਾਂਦਾ ਹੈ। तो बहुत सारी उदाहरण ने तुम देख भी सकते हो कि पिछे भी ਜਿਹੜੀਆਂ ਗੱਲਾਂ ਹੋਈਆਂ ਨੇ। ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਅਪੀਲ ਕਰਦੇ ਹਾਂ
ਕਿ ਕਿਉਂਕਿ ਸਾਡੀ ਕਿਸਾਨ ਜਥੇਬੰਦੀਆਂ ਦੇ ਇੱਕ ਆਪਾਂ ਇਹ ਕਹਿ ਸਕਦੇ ਕਿ ਹੁਣ ਤੱਕ ਐਡਾ ਵੱਡਾ ਅੰਦੋਲਨ ਕਦੇ ਹੋਇਆ ਨਹੀਂ ਸੀ। ਸਾਡਾ ਕੀ ਹੁੰਦਾ ਸੀ ਕਿਸਾਨ ਜਥੇਬੰਦੀਆਂ ਦਾ, ਜਾਂ ਤਾਂ ਐਸਡੀਐਮ ਤੱਕ, ਡੀਸੀ ਤੱਕ, ਜਾਂ ਕੋਈ ਕਿਸੇ ਤਰ੍ਹਾਂ ਦੀ ਕਿਸੇ ਫੈਕਟਰੀ ਤੱਕ, ਉੱਥੇ ਨਾ ਸਾਡਾ ਅੰਦੋਲਨ। ਐਡਾ ਵੱਡਾ ਅੰਦੋਲਨ ਲੜਨਾ ਸਾਨੂੰ ਇਸ ਕਰਕੇ ਪੈ ਗਿਆ ਕਿ ਅਸੀਂ ਇੱਕ ਘੱਟ ਪੜ੍ਹੇ ਲਿਖੇ ਬੰਦੇ ਨੂੰ ਆਪਾਂ ਸੱਤਾ ਦਿੱਤੀ ਹੋਈ ਹੈ। ਉਹ ਬੰਦਾ ਜਿਹੜੇ ਕੰਮ ਦੀ ਬਾਤ ਲੋਕਾਂ ਨਾਲ ਕਰਨੀ ਸੀ, ਮਨ ਦੀ ਬਾਤ ਘਰੇ ਕਰਨੀ ਸੀ, ਉਹ ਬੰਦਾ ਹੁਣ ਮਨ ਦੀ ਬਾਤ ਲੋਕਾਂ ਨਾਲ ਕਰ ਰਿਹਾ। ਸੋ ਤੁਸੀਂ ਲੋਕ ਇਸ ਗੱਲ ਨੂੰ ਸਮਝ ਸਕਦੇ ਹੋ ਮੈਂ ਕਿਹਦੇ ਬਾਰੇ ਗੱਲ ਕਰ ਰਿਹਾ ਕਿ ਮਨ ਦੀ ਬਾਤ ਬੰਦਾ ਘਰੇ ਕਰੇ ਤੇ ਕੰਮ ਦੀ ਬਾਤ ਲੋਕਾਂ ਨਾਲ ਕਰੇ। ਹੁਣ ਕੰਮ ਦੀ ਬਾਤ ਹੁਣ ਪਿੱਛੇ ਜੇ ਗੱਲ ਆਈ ਸੀ ਕਿ 18 ਘੰਟੇ ਕੰਮ ਕੀਤਾ, 18 ਘੰਟੇ ਕੰਮ ਕਰਨ ਦਾ ਨਤੀਜਾ ਕੀ ਮਿਲਿਆ? ਭਾਰਤ ਪੈਟਰੋਲੀਅਮ ਵਿਕ ਗਿਆ, BSNL ਵਿਕ ਗਿਆ, ਰੇਲਵੇ ਵਿਕ ਗਿਆ। ਇਸ ਤੋਂ ਇਲਾਵਾ ਹੋਰ ਮੈਂ ਕਹਿੰਦਾ ਜਿਹੜੀ ਗੱਲਾਂ ਤੁਸੀਂ ਦੇਖ ਸਕਦੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਹੋਣ ਜਾ ਰਹੇ ਹੋ। ਪਹਿਲਾਂ ਰਾਜੇ ਮਹਾਰਾਜੇ ਦੇ ਗੁਲਾਮ ਰਹੇ ਹੋ, ਹੁਣ ਕਾਰਪੋਰੇਟ ਘਰਾਣਿਆਂ ਦੇ ਤੁਹਾਨੂੰ ਗੁਲਾਮ ਬਣਾਇਆ ਜਾ ਰਿਹਾ ਹੈ। ਉਹਨਾਂ ਦੇ ਹੱਥ 'ਚ ਪਾਵਰ ਹੋਏਗੀ, ਉਹ ਲੋਕ ਡਿਸਾਈਡ ਕਰਨਗੇ ਤੁਸੀਂ ਕੀ ਬੋਲਣਾ, ਕੀ ਤੁਸੀਂ ਕਹਿਣਾ, ਕੀ ਤੁਸੀਂ ਕਰਨਾ ਹੈ। ਹੁਣ ਕਾਲਾ ਬਜ਼ਾਰੀ ਦੇ ਜਿਹੜੇ ਇਹਨਾਂ ਨੇ ਅਸੈਂਸ਼ੀਅਲ ਕਮਿਊਨਿਟੀ ਐਕਟ ਹੈ, ਜਿਹਦਾ ਸਾਰਿਆਂ ਦੇ ਡਾਕਾ ਵੱਜਣਾ, ਆਮ ਲੋਕਾਂ ਦੇ ਉੱਪਰ ਖਾਸ ਕਰਕੇ ਡਾਕਾ ਵੱਜਣਾ, ਉਸ ਐਕਟ ਦੇ ਵਿੱਚ ਇਹਨੇ ਕਾਲਾ ਬਜ਼ਾਰੀ ਦੀ ਖੁੱਲ੍ਹ ਦੇ ਦਿੱਤੀ। ਪਹਿਲਾਂ 1955 ਦੇ ਐਕਟ ਦੇ ਵਿੱਚ ਇਹ ਸੀ ਕਿ ਤੁਸੀਂ ਲੋੜ ਤੋਂ ਵੱਧ ਸਟੋਰ ਨਹੀਂ ਕਰ ਸਕਦੇ। ਹੁਣ ਇੱਕ ਬੰਦਾ ਅਰਬਾਪਤੀ ਹੈ, ਆਪਣੇ ਇੱਥੇ ਆਪਾਂ ਛੋਟੀ ਜਿਹੀ ਉਦਾਹਰਨ ਮੰਨ ਲਈਏ ਕਿ ਆਪਣੇ ਇੱਥੇ 200 ਕਰੋੜ ਟਨ ਆਪਣੇ ਇੱਥੇ 200 ਟਨ ਆਪਣੇ ਇੱਥੇ ਕਣਕ ਪੈਦਾ ਹੁੰਦੀ ਹੋਵੇ, ਝੋਨਾ ਪੈਦਾ ਹੁੰਦਾ ਹੋਵੇ, ਆਪਾਂ ਕਿਸੇ ਇੱਕ ਬੰਦੇ ਨੂੰ ਖੁੱਲ੍ਹ ਦੇ ਦਿੱਤੀ। ਮੰਨ ਲਓ ਚਾਹੇ ਚਾਈਨਾ ਹੀ ਕਰ ਲਵੇ, ਤਾਂ ਚਾਈਨਾ ਸਾਰੇ ਦੀ ਸਾਰਾ ਉਹ ਪੂਰਾ ਜਿੰਨਾ ਸਾਡੀ ਉਪਜ ਹੈ ਉਹਨੂੰ ਖਰੀਦ ਲਵੇ। ਉਹ ਤੋਂ ਬਾਅਦ ਉਹਦੇ ਰਾਈਟ ਉਹ ਹੀ ਹੋਵੇ ਨਾ, ਕਿਉਂਕਿ ਮੇਨ ਜਿਹੜੀਆਂ ਸਾਡੀਆਂ 6 ਵਸਤਾਂ ਸੀ, ਚੌਲ, ਕਣਕ, ਦਾਲਾਂ, ਤੇਲ ਤੇ ਹੋਰ ਇਸ ਤੋਂ ਇਲਾਵਾ ਜਿਹੜੀਆਂ ਜ਼ਰੂਰੀ ਚੀਜ਼ਾਂ ਸੀ ਇਸ ਐਕਟ ਦੇ ਵਿੱਚ ਬਾਹਰ ਕੱਢ ਦਿੱਤੀਆਂ। ਇਹਨਾਂ ਚੀਜ਼ਾਂ ਨੂੰ ਬਾਹਰ ਰੱਖ ਦਿੱਤਾ ਗਿਆ ਤੇ ਇਹਨਾਂ ਦੇ ਉੱਪਰ ਹੁਣ ਕਾਲਾ ਬਜ਼ਾਰੀ ਕਿਉਂ ਨਹੀਂ ਹੋਏਗੀ? ਜਿਹਦੇ ਕੋਲ ਵੱਧ ਪੈਸਾ ਉਹ ਆਪੇ ਪਹਿਲਾਂ ਘੱਟ ਰੇਟ ਦੇ ਵਿੱਚ ਤੁਹਾਡੇ ਕੋਲ ਖਰੀਦੇਗਾ, ਬਾਅਦ ਤੁਹਾਨੂੰ ਮਹਿੰਗੇ ਰੇਟ 'ਚ ਵੇਚੇਗਾ। ਸੋ ਅਸੀਂ ਚਾਹੁੰਦੇ ਹਾਂ ਕਿ ਇੱਕ ਤਾਂ MSP ਗਰੰਟੀ ਕਾਨੂੰਨ ਆਵੇ। ਦੂਜੀ ਗੱਲ ਹੈ ਕਿ ਜਿਹੜੇ ਇਹ 3 ਕਾਲੇ ਕਾਨੂੰਨ ਆ ਰੱਦ ਹੋਣਗੇ, ਜਿਹੜੇ ਉਹ 5 ਹੋ ਗਏ। ਤੁਸੀਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਲਿਓ ਕਿ ਹੁਣ ਬਿਜਲੀ ਐਕਟ ਵੀ ਆ ਗਿਆ, ਉਹ ਵੀ ਵੱਡਾ ਡਾਕਾ ਵੱਜਣ ਵਾਲਾ ਹੈ। ਸੋ ਇਹ ਜਿਹੜੀ ਕਨਵੈਨਸ਼ਨ ਰੱਖੀ ਗਈ ਹੈ ਇਹ 13 ਤਰੀਕ ਨੂੰ ਸਤਿਗੁਰ ਏਡ ਟਰਸਟ ਵੱਲੋਂ ਜਿਹੜੀ ਹੈ ਉਹਦੇ ਝੰਡੇ ਥੱਲੇ ਕਿਸਾਨੀ ਨੂੰ ਸਮਰਪਿਤ ਹੈ। ਤੇ ਸਾਰੇ ਲੋਕ ਜਿਹੜੇ ਪੰਜਾਬ ਦੇ ਲਈ ਦਰਦ ਰੱਖਦੇ ਨੇ, ਜਿਹੜੇ ਕਿਸਾਨੀ ਦੇ ਲਈ ਦਰਦ ਰੱਖਦੇ ਨੇ, ਉਹਨਾਂ ਸਾਰਿਆਂ ਨੂੰ, ਕਿਸਾਨ ਆਗੂਆਂ ਨੂੰ ਵੀ, ਉਸ ਤੋਂ ਇਲਾਵਾ ਕੋਈ ਚਾਹੇ ਪੋਲੀਟੀਕਲ ਪਾਰਟੀ ਦਾ ਬੰਦਾ ਹੋਵੇ, ਉਸ ਤੋਂ ਇਲਾਵਾ ਆਮ ਲੋਕ ਜਿਹੜੇ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ, ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਕਿ ਤੁਸੀਂ ਸਮੇਂ ਨਾਲ ਪਹੁੰਚ ਕੇ 11 ਵਜੇ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਜਾਣਾ, ਅਰਦਾਸ ਕਰਕੇ ਸ਼ੁਰੂ ਕਰਨਾ ਹੈ। ਤੇ ਮੈਂ ਸ਼ੁਰੂ ਦੇ ਵਿੱਚ ਇੱਕ ਗੱਲ ਬੋਲੀ ਸੀ ਕਿ ਇਹ ਜਿਹੜਾ ਅੰਦੋਲਨ ਹੈ ਨਾ, ਇਹਦੇ ਵਿੱਚ ਇਦਾਂ ਦੀਆਂ ਗੱਲਾਂ ਲੈ ਕੇ ਆਉਂਦੀਆਂ ਗਈਆਂ ਜਿਹਦੇ ਵਿੱਚ ਕਿ ਇਸ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਚਾਹੇ ਕਦੇ ਉਹਨੂੰ ਖਾਲਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਕਦੇ ਪੰਜਾਬ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਹਿੰਦੂ ਵਰਸਸ ਸਿੱਖ ਦੀ ਲੜਾਈ ਕਰਨ ਦੀ ਕਸਰ ਨਹੀਂ ਸੀ ਛੱਡੀ। ਤੇ ਮੈਂ ਤਾਂ ਇਹ ਕਹਿ ਦੇਣਾ ਚਾਹੁੰਦਾ ਕਿ ਸਾਡਾ ਹਿੰਦੂ ਨਾਲ ਕੋਈ ਵੈਰ ਨਹੀਂ, ਉਹ ਵੀ ਆਪਣਾ ਹੈ, ਕੋਈ ਗੈਰ ਨਹੀਂ, ਸਾਡੀ ਕਿਸੇ ਧਰਮ ਨਾਲ ਲੱਗਦੀ ਨਹੀਂ। ਅਸੀਂ ਔਖੇ ਹਾਂ ਸਰਕਾਰਾਂ ਤੋਂ, ਨਾ ਤੀਰਾਂ ਨਾ ਤਲਵਾਰਾਂ ਤੋਂ, ਪੰਜਾਬੀ ਕੌਮ ਡਰੇ ਗੱਦਾਰਾਂ ਤੋਂ। ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ, ਡਰ ਲੱਗਦਾ ਆਪਣੇ ਯਾਰਾਂ ਤੋਂ। ਹੁਣ ਆਪਣੇ ਯਾਰ ਕੌਣ? ਜਿਹੜਾ ਕੋਈ ਕੱਲ ਨੂੰ 2-4 ਦਿਨ ਸਾਡੇ ਨਾਲ ਜੁੜ ਜਾਵੇ, ਸਾਡੇ ਤੋਂ ਵਾਅਦਾ ਕੱਟ ਲਵੇ, ਉਸ ਤੋਂ ਬਾਅਦ ਉਹਦਾ ਏਜੰਡਾ ਕੁਝ ਹੋਰ ਹੋਵੇ, ਕਿਤੇ ਹੋਰ ਜਾ ਵੜੇ ਉਹ ਬਾਅਦ ਚ। ਸੋ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਕਿ ਉਹ ਸਾਡੇ ਤੋਂ ਪਲੀਜ਼ ਦੂਰ ਰਹਿਣ। ਜਿਹੜੇ ਲੋਕਾਂ ਦਾ ਕੋਈ ਆਪਣਾ ਏਜੰਡਾ ਹੈ, ਜਿਹੜੇ ਨਿੱਜੀ ਨਹੀਂ ਸੋਚਦੇ ਨੇ, ਜਿਹੜੇ ਲੋਕਾਂ ਨੂੰ ਸੋਚਦੇ ਨੇ, ਜਿਹੜੇ ਪੰਜਾਬ ਦੇ ਨਹੀਂ ਸੋਚਦੇ ਨੇ, ਉਹਨਾਂ ਨੂੰ ਖੁੱਲ੍ਹਾ ਸੱਦਾ ਉਹ ਆ ਕੇ ਪੰਜਾਬ ਦੀ ਗੱਲ ਕਰਨ, ਆ ਕੇ ਪੰਜਾਬ ਦੇ ਨਾਲ ਮਸਲਿਆਂ ਤੇ ਬੋਲਣ। ਸੋ ਜੇ ਕੋਈ ਮੀਡੀਆ ਦਾ ਹੋਰ ਸਵਾਲ ਹੈ, ਸੋ ਤੁਸੀਂ ਸਾਰੇ ਕੋਈ ਸਵਾਲ ਕਿਸੇ ਨੇ ਕਰਨਾ ਨਹੀਂ ਸਕਦੇ। मेरा एक सवाल है, पंजाब गवर्नमेंट ने बैन लगाया है, उन्हें कहीं मैरिज के 100 बंदे जाएंगे, कन्वेंशन के 50 बंदे जाएंगे, और पॉलिटिकल रैली मीन्स कि कोई बंदा बाहरले पास हम कर नहीं सकता। DC is not competent to give permission to that person. How you will arrange the function? ਤੁਸੀਂ ਬਹੁਤ ਸਿਆਣੇ ਹੋ, ਇਹ ਗੱਲ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਇਹਨਾਂ ਦੀਆਂ ਪੋਲੀਟੀਕਲ ਰੈਲੀਆਂ ਹੁੰਦੀਆਂ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੁੰਦੀ। ਕਰੋਨਾ ਜਿਹੜਾ ਸੀ ਇਲੈਕਸ਼ਨ, ਸਥਾਨਕ ਸਰਕਾਰ ਇਲੈਕਸ਼ਨ ਹੋਏ ਨੇ ਪੰਜਾਬ ਦੇ ਵਿੱਚ, ਉਦੋਂ ਕਰੋਨਾ ਗਾਇਬ ਸੀ, ਛੁੱਟੀ ਤੇ ਗਿਆ ਸੀ। ਕਰੋਨਾ ਦਾ ਇਹਨਾਂ ਸਾਊ ਪੁੱਤ ਬਣ ਗਿਆ। ਹੁਣ ਜਿੱਥੇ ਕਹਿੰਦੇ ਹੁਣ ਕਲਕੱਤੇ 'ਚ ਕਰੋਨਾ ਜਾ ਨਹੀਂ ਰਿਹਾ, ਕਰੋਨਾ ਹੁਣ ਇਕੱਲੇ ਪੰਜਾਬ 'ਚ ਆ ਗਿਆ। ਤੁਸੀਂ ਇਹ ਦੇਖ ਲਓ, ਕਰੋਨਾ ਤੋਂ ਇੱਕ ਬਹਾਨਾ ਹੈ, ਕਿਸਾਨ ਹੀ ਨਿਸ਼ਾਨਾ ਹੈ, ਕਿਸਾਨੀ ਅੰਦੋਲਨ ਨਿਸ਼ਾਨਾ ਹੈ ਸਿਰਫ। ਇਹ ਗੱਲ ਨੂੰ ਸਮਝ ਲਓ, ਤੁਸੀਂ ਸਿਆਣੇ ਹੋ ਸਾਰੇ। ਇਹ ਥੋੜਾ ਕਰਕੇ ਉਹ ਗੱਲਾਂ ਨੂੰ ਘਟਾਇਆ ਜਾ ਰਿਹਾ ਹੈ। ਹੁਣ ਇਹ ਦੱਸੋ, ਕੀ ਕਰੋਨਾ ਨੂੰ ਦਿਨ 'ਚ ਕੁਝ ਨਹੀਂ ਹੁੰਦਾ? ਉਹ ਰਾਤ ਨੂੰ ਕਿਉਂ ਜਾਗਦਾ ਹੈ?
ਨਾਈਟ ਕਰਫਿਊ ਲੱਗਿਆ ਹੈ, ਤੇ ਰਾਤ ਨੂੰ ਜਾ ਕੇ ਨਾਈਟ ਡਿਊਟੀ ਕਰਦਾ ਕਰੋਨਾ, ਉਹਨੂੰ ਦਿਨੇ ਨਹੀਂ ਉਹਨੂੰ ਦਿਖਦੇ। ਪਹਿਲਾ ਬੰਦਾ ਜਿਹੜਾ ਬਾਈਕ ਚਲਾ ਰਿਹਾ ਉਹਨੂੰ ਕਰੋਨਾ ਕੋਈ ਨਹੀਂ ਕਹੇਗਾ, ਜਿਹੜਾ ਪਿੱਛੇ ਬੈਠਾ ਕਰੋਨਾ ਨੇ ਉਹਨੂੰ ਫੜਨਾ ਹੈ। 29 ਬੰਦੇ ਰਸਤੇ ਵਿੱਚ ਬੈਠੇ ਨੇ, ਬੱਕਰੀ 29 ਬੰਦੇ ਰਸਤੇ ਵਿੱਚ ਬੈਠੇ ਨੇ, 30ਵਾਂ ਚੜ ਗਿਆ 31ਵਾਂ ਚੜ ਗਿਆ, ਕਰੋਨਾ ਲੈ ਕੇ ਆਏਗਾ। ਸੋ ਇਹਦੇ ਵਿੱਚ ਚਾਲਾਂ ਨੇ ਜੀ ਅੰਦੋਲਨ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਖਰਾਬ ਕਰਨ ਦੀਆਂ। ਸੋ ਅਸੀਂ ਅਪੀਲ ਕਰਾਂਗੇ ਜਿਹੜੇ ਲੋਕ ਉੱਥੇ ਆਉਣਗੇ ਮਾਸਕ ਪਾ ਕੇ ਆਣਾ ਜੀ, ਤੁਸੀਂ ਸੈਨੀਟਾਈਜ਼ਰ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ, ਬਾਰ-ਬਾਰ ਹੱਥ ਸੈਨੀਟਾਈਜ਼ਰ ਨਾਲ ਸਾਫ਼ ਕਰਨੇ ਆ। ਜਿਨ੍ਹਾਂ ਕੋਲ ਮਾਸਕ ਨਹੀਂ ਹੋਣਗੇ ਉੱਥੇ ਮਾਸਕ ਵੀ ਮਿਲਣਗੇ, ਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਅਸੀਂ ਕੋਸ਼ਿਸ਼ ਕਰਾਂਗੇ ਧਿਆਨ ਰੱਖਣ ਦੀ, ਕਿਉਂਕਿ ਚਲੋ ਗਾਈਡਲਾਈਨਸ ਵੀ ਫੋਲੋ ਕਰਨੀਆਂ ਨੇ, ਉਹ ਵੀ ਚੀਜ਼ਾਂ ਦੇਖਣੀਆਂ ਨੇ। ਪਰ ਫਿਰ ਵੀ ਮੈਂ ਤਾਂ ਇਹ ਕਹਾਂਗਾ ਕਿ ਕਰੋਨਾ ਤੋਂ ਇੱਕ ਬਹਾਨਾ ਹੈ,